ਗੁੱਡ ਆਫਟਰਨੂਨ। ਅੱਜ ਦੇ ਆਪਣੇ ਲੈਕਚਰ ਜਿਹੜੀ ਸੀਰੀਜ਼ ਹੈ ਉਹਦੇ ਵਿੱਚ ਨੈਕਸਟ ਟੌਪਿਕ ਆਰਕੀਟੈਕਚਰਲ ਡਿਜ਼ਾਈਨ ਦੇ ਸਬਜੈਕਟ ਦੇ ਰਿਲੇਟਡ ਹੈ, ਦੈਟ ਇਜ਼ ਸਰਵਿਸ ਸਟੇਸ਼ਨਸ, ਜਿਸ ਦੇ ਵਿੱਚ ਆਪਾਂ ਡਿਸਕਸ ਕਰਾਂਗੇ ਕਿ ਸਰਵਿਸ ਸਟੇਸ਼ਨਸ ਦੀ ਕੀ ਰਿਕੁਆਇਰਮੈਂਟਸ ਹੁੰਦੀਆਂ ਹੈ, ਔਰ ਪਹਿਲਾਂ ਦੀ ਟਾਈਪਸ, ਦੈਨ ਰਿਕੁਆਇਰਮੈਂਟਸ, ਐਂਡ ਦੈਨ ਆਪਾਂ ਨੂੰ ਕਿਸ ਟਾਈਪ ਦੀ ਲੋਕੇਸ਼ਨਸ ਚਾਹੀਦਾ ਹੈ, ਫਿਰ ਕੁਛ ਇੱਕ ਉਹਨਾਂ ਦੇ ਪਲਾਨਸ ਆਪਾਂ ਨਾਲ ਡਿਸਕਸ ਕਰਾਂਗੇ। First of all, introduction. A service station was originally a full service filling station with a repair garage on site. ਇਹ ਜਿਹੜੇ ਪਹਿਲੇ ਜੋ ਸ਼ੁਰੂ ਹੋਇਆ ਸੀ ਉਸ ਟਾਈਮ ਜਿਹੜੇ ਆਪਣੇ ਫਿਊਲ ਸਟੇਸ਼ਨਸ ਹੈ, ਜਿਸ ਨੂੰ ਆਪਾਂ ਪੈਟਰੋਲ ਪੰਪ ਵੀ ਕਹਿ ਦਿੰਦੇ ਹਾਂ, ਨਾਲ ਹੀ ਉਹ ਸੀਗੇ, ਪਲੱਸ ਗੈਰੇਜ ਵਗੈਰਾ ਇਕੱਠਾ ਹੁੰਦਾ ਸੀ, ਉਹਨੂੰ ਆਪਾਂ ਕਹਿ ਦਿੰਦੇ ਹਾਂ ਸਰਵਿਸ ਸਟੇਸ਼ਨ। ਸਰਵਿਸ ਸਟੇਸ਼ਨ ਮੇ ਆਲਸੋ ਰੈਫਰ ਟੂ, ਅੱਜ ਕੱਲ੍ਹ ਇਹਦੀਆਂ ਡਿਫਰੈਂਟ ਟਾਈਪਸ ਆ ਗਈਆਂ ਸੈਪਰੇਟ ਕਰਤਾ ਇਹਨੂੰ। वन इज़ द फिलिंग स्टेशन, गैसोलीन और पेट्रोल स्टेशन, जिसमें पेट्रोल पंप्स हैं या गैस पंप्स हैं। ऑटोमोबाइल रिपेयर शॉप, अ प्लेस वेयर ऑटोमोबाइल्स आर रिपेयर्ड, ऑल्सो नोन एज ए गैरेज, उन्हें आप गैरेज कह देने नाल। सर्विस सेंटर और रेस्ट एरिया, ये जनरली फॉरन एरियाज वगैरह ज़्यादा है, उत्थे फॉरन च है काफ़ी, यूके वगैरह च काफ़ी डिमांड है। अ पब्लिक फैसिलिटी ऑन मोटरवेज और कंट्रोल्ड एक्सेस हाईवेज फॉर रेस्टिंग और रीफिलिंग, कि उस नाल अपना फ्यूल करा के उत्थे रेस्टरी स्पेसिस वगैरह भी बनिया होंदियां, जिथे कुछ टाइम वास्ते जोड़े है हाईवे के उपर रेस्ट वगैरह करना, कुछ टाइम का ब्रेक लेना तो लिया जा सकता है। तो किस टाइप की लोकेशन के उपर होना चाहिए है? कार रिपेयर वर्कशॉप्स और सर्विस स्टेशनस एंड गैरेजेस आर अ सोर्स ऑफ लोकल इंप्लॉयमेंट एंड अ मच नीडिड लोकल सर्विस। ये जनरली जोड़े लोकल एरियाज में सर्व करने वास्ते जनरली उन्होंने डिमांड के उपर ही बनया होंदा है, और लोकल लैवल पर ही होंदा है, प्राइवेट ऑनर है। हाउएवर दे कैन कॉज न्यूसेंस इन रेजिडेंशियल एरियाज, लेकिन यह है कि गैरेज होने करके वो जी न्यूसेंस है, शोर शराबा काफ़ी ज़्यादा रहिंदा है अगर रेजिडेंशियल एरिया के विच इनू रिहायशी एरिया च आपां बनाने हैं। पर्टिकुलर केयर नीड्स टू बी टेकन विद देयर लोकेशन एंड द डिटेल्स ऑफ प्रपोजल्स। ਆਪਾਂ ਨੂੰ ਕੁਛ ਇੱਕ ਕੇਅਰ ਜਿਹੜੀ ਹੈ ਆਪਾਂ ਨੂੰ ਧਿਆਨ 'ਚ ਰੱਖਣੀ ਪੈਂਦੀ ਹੈ। ਇਹ ਵਾਲੇ ਸਟੈਂਡਰਡ ਆ ਜਿਹੜੇ ਆਪਾਂ ਨੂੰ ਧਿਆਨ 'ਚ ਰੱਖਣੇ ਪੈਂਦੇ ਆ। that the noise levels adjacent to the nearest residential property will not exceed those prevalent prior to the establishment of the use। कि ਜਿਹੜਾ ਵਰਕਸ਼ਾਪ ਦਾ ਨੋਇਜ਼ ਲੈਵਲ ਹੈ ਉਹ ਜਿਹੜੀ ਵੀ ਉੱਥੇ ਆਸ-ਪਾਸ ਜੋ ਵੀ ਲੋਕੈਲਿਟੀ ਹੈ ਉਹਨਾਂ ਨੂੰ ਡਿਸਟਰਬ ਨਹੀਂ ਕਰਨਾ ਚਾਹੀਦਾ, ਇੰਨਾ ਜ਼ਿਆਦਾ ਨਹੀਂ ਹੋਣਾ ਚਾਹੀਦਾ ਕਿ ਉਹ ਐਡਜੈਸੈਂਟ ਪ੍ਰੋਪਰਟੀਜ਼ ਜਾਂ ਇਸਟੈਬਲਿਸ਼ਮੈਂਟਸ ਨੂੰ ਡਿਸਟਰਬ ਕਰੇ। that the workshop's construction is of a standard acceptable to the Borough Environment Health Officer in terms of sound insulation, emission of fumes, location of extractors and other related matters। ਜਿਹੜਾ ਵਰਕਸ਼ਾਪ ਦੀ ਕੰਸਟਰਕਸ਼ਨ ਦੇ ਜਿਹੜੇ ਸਟੈਂਡਰਡਸ ਹੈ ਉਹ ਵੀ ਇਨਵਾਇਰਮੈਂਟਲ ਹੈਲਥ ਆਫ ਪੁਆਇੰਟ ਆਫ ਵਿਊ ਦੇ ਨਾਲ ਉਹਨਾਂ ਦੇ ਸਟੈਂਡਰਡਸ ਨੂੰ ਫੋਲੋ ਕਰਦੇ ਹੋਏ ਹੀ ਕੰਸਟਰਕਸ਼ਨ ਹੋਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਉਹਦੇ 'ਚ ਸਾਊਂਡ ਇਨਸੂਲੇਸ਼ਨ ਹੈ, ਅਮਿਸ਼ਨ ਆਫ ਫਿਊਮਸ, ਜਿਹੜੀ ਉੱਥੋਂ ਗੈਸਿਸ ਜਾਂ ਧੂੰਆਂ ਵਗੈਰਾ ਨਿਕਲੇਗਾ, ਸਮੈਲ ਹੈ ਪੈਟਰੋਲ ਦੀ ਜਾਂ ਡੀਜ਼ਲ ਦੀ, ਐਂਡ ਦੈਨ ਲੋਕੇਸ਼ਨ ਆਫ ਐਕਸਟਰੈਕਟਰਸ, ਕਿ ਜੋ ਵੀ ਉਹਦੇ ਕੋਈ ਇਨਕਮਿੰਗ ਆਊਟਗੋਇੰਗ ਜੋ ਉੱਥੋਂ ਹੋ ਰਹੀ ਹੈ ਵਹੀਕਲਸ ਦੀ ਇਨਲੈਟ ਆਊਟਲੈਟ, ਉਹ ਕਿਸ ਜਗ੍ਹਾ 'ਤੇ ਰੱਖਣੀ, ਉਹਦੀ ਲੋਕੇਸ਼ਨ ਐਂਡ ਅਦਰ ਰਿਲੇਟਿਡ ਮੈਟਰਸ, ਜਾਂ ਹੋਰ ਜੋ ਵੀ ਉਹਦੇ ਨਾਲ ਕੋਈ ਨੋਇਜ਼ ਵਗੈਰਾ ਕਿਸੇ ਟਾਈਪ ਦੀ ਉੱਥੋਂ ਪੋਲਿਊਸ਼ਨ ਹੈ ਜਾਂ ਕਿਸੇ ਟਾਈਪ ਦੀ ਹੋਰ ਪ੍ਰੋਬਲਮ ਹੈ, ਉਹਨੂੰ ਕੰਸਟਰਕਸ਼ਨ ਉਹਨੂੰ ਇਨਵਾਇਰਮੈਂਟਲ ਹੈਲਥ ਆਫਿਸਰ ਤੋਂ ਜਿਹੜੀ ਉਹਦੀ ਅਸੈਪਟੈਂਸ ਹੋਣੀ ਚਾਹੀਦੀ ਹੈ। then है that any heavy machinery will not harm the amenity of adjacent occupiers, कि ਜਿਹੜੀ ਮਸ਼ੀਨਰੀ ਕੋਈ ਆਪਾਂ ਹੈਵੀ ਉਸ 'ਚ ਯੂਜ਼ ਕਰ ਰਹੇ हैं ਉਹ ਜਿਹੜੀ ਆਕੂਪਾਇਰਸ हैं ਆਸ-ਪਾਸ ਉਹਦੇ ਐਡਜੈਸੈਂਟ ਜੋ ਨੀਅਰ ਬਾਈ ਰਹਿ ਰਹੇ हैं ਉਹਦੇ ਐਡਜੋਇਨਿੰਗ ਪਲਾਟਸ ਜਾਂ ਨੀਅਰ ਬਾਈ ਏਰੀਆ ਦੇ ਸਰਾਊਂਡਿੰਗਸ ਦੇ ਵਿੱਚ ਉਸ ਮਸ਼ੀਨਰੀ ਨੂੰ ਹਾਰਮ, ਉਹ ਮਸ਼ੀਨਰੀ ਜਿਹੜੀ ਉਹਨਾਂ ਦੀ ਵਰਕਸ਼ਾਪ ਦੀ ਉਹ ਉਹਨਾਂ ਦੀ ਪ੍ਰੋਪਰਟੀ ਨੂੰ ਹਾਰਮ ਨਹੀਂ ਕਰਨੀ ਚਾਹੀਦੀ। ਮਤਲਬ ਜਿਸ ਤਰ੍ਹਾਂ ਕਈ ਵਾਰੀ ਵਾਈਬ੍ਰੇਸ਼ਨਸ ਹੁੰਦੀਆਂ, ਕੋਈ ਜਰਕਸ ਪੈਂਦੀਆਂ ਹੈ, ਤਾਂ ਉਹਨਾਂ ਨੂੰ ਡਿਸਟਰਬੈਂਸ ਉਹਨਾਂ ਨਾਲ ਨਹੀਂ ਹੋਣੀ ਚਾਹੀਦੀ। All vehicles awaiting attention or collection must be accommodated within the cartilage of the site। ਜਦੋਂ ਕੋਈ ਵਹੀਕਲ ਨਵਾਂ ਆ ਰਿਹਾ ਹੈ, ਆਪਣੀ ਵੇਟ ਕਰ ਰਿਹਾ ਹੈ, ਉਹਦੀ ਵੇਟਿੰਗ ਹੋ ਰਹੀ ਹੈ ਆਪਣੀ ਟਰਨ ਵਾਸਤੇ, ਜਾਂ ਉਹ ਉਹਨੂੰ ਵਾਪਸ ਲੈਣ ਆਇਆ, ਉਹਦਾ ਕੰਮ ਪੂਰਾ ਮਤਲਬ ਠੀਕ ਹੋ ਗਿਆ, ਜਦੋਂ ਉਸ ਤੋਂ ਬਾਅਦ ਉਹਨੂੰ ਵਹੀਕਲ ਵਾਪਸ ਲੈ ਕੇ ਜਾਣਾ ਹੈ, ਉਹਦੀ ਕਲੈਕਸ਼ਨ ਦੇ ਟਾਈਮ 'ਤੇ ਜਿਹੜਾ ਵੀ ਟਾਈਮ ਹੈ ਉਹ ਸਾਈਟ ਦੇ ਅੰਦਰ ਹੀ ਉਹਦੀ ਸਪੇਸ ਹੋਣੀ ਚਾਹੀਦੀ ਹੈ। ਇਹ ਨਹੀਂ ਕਿ ਬਾਹਰ ਮੇਨ ਰੋਡ ਦੇ ਉੱਪਰ ਉਹਨੂੰ ਆਪਾਂ ਜਾਮ ਲਗਾ ਦਈਏ ਜਾਂ ਰੈਜ਼ੀਡੈਂਸ਼ੀਅਲ ਏਰੀਆ ਦੇ ਵਿੱਚ ਆ ਕੇ ਉਹਨਾਂ ਨੂੰ ਪਾਰਕ ਕੀਤੀ ਜਾ ਰਹੀਆਂ ਗੱਡੀਆਂ, ਤਾਂ ਕਿ ਕਿਸੇ ਟਾਈਪ ਦੀ ਵੀ ਉੱਥੇ ਜਿਹੜੀ ਹਿੰਡਰੈਂਸ ਹੈ ਆਮ ਆਕੂਪਾਇਰਸ ਨੂੰ ਉਹ ਨਾ ਕ੍ਰੀਏਟ ਹੋਏ।
देयर मस्ट बी एडिकुएट एंड सेफ एक्सैस टू द वर्कशॉप और गैरेज। जी एक्सैस है वो बड़ी सेफ और एडिकुएट प्रॉपर होनी चाहिए है। मतलब इस तरह ये नहीं होना चाहिए कि आप टर्न वगैरह का भी ध्यान रखना है, प्लस आस पास रेजिडेंशियल एरिया के विचों भी ध्यान रखना है कि गड्डियाँ बहुत ज़्यादा आन या जान एकदम बाहर नहीं निकलनी चाहिए, उस प्रॉपर सैटबैक नाल देना चाहिए है। द यूज इज़ एडिकुएटली स्क्रीनड और लैंडस्केप्ड फ्रॉम एनी सराउंडिंग रेजिडेंशियल ऑक्यूपायर्स। ਜਿਹੜਾ ਬਿਲਡਿੰਗ ਦਾ ਯੂਜ਼ ਹੈ ਉਹ ਪ੍ਰੋਪਰਲੀ ਉਹਦੇ ਵਿੱਚ ਸਕਰੀਨਿੰਗ ਜਾਂ ਲੈਂਡਸਕੇਪ ਕਰਕੇ ਕੋਈ ਬੈਰੀਅਰ ਜਾਂ ਬਫਰ ਕ੍ਰੀਏਟ ਕਰਨਾ ਚਾਹੀਦਾ ਹੈ ਆਸ-ਪਾਸ ਦੇ ਰੈਜ਼ੀਡੈਂਸ਼ੀਅਲ ਆਕੂਪਾਇਰਸ ਨਾਲੋਂ, ਤਾਂ ਕਿ ਇੱਧਰਲਾ ਕੁਝ ਵੀ ਵਿਊ ਉਧਰ ਨਾ ਹੋਏ, ਇੱਧਰਲੀ ਸਮੈਲ, ਇੱਧਰਲੀ ਨੋਇਜ਼ ਉਹ ਕਾਫੀ ਹੱਦ ਤੱਕ ਲੈਂਡਸਕੇਪਿੰਗ ਜਾਂ ਸਕਰੀਨ ਦੇ ਥਰੂ ਦਬ ਜਾਣੀ ਚਾਹੀਦੀ ਹੈ। ਉਹ ਆਸ-ਪਾਸ ਆਕੂਪਾਇਰਸ ਨੂੰ, ਜਿਹੜੇ ਸਰਾਊਂਡਿੰਗ ਆਕੂਪਾਇਰਸ ਹੈ ਜਾਂ ਘਰਾਂ 'ਚ ਰਹਿਣ ਵਾਲੇ ਹੈ ਬਾਕੀ ਆਸ-ਪਾਸ ਦੀ ਲੋਕੈਲਿਟੀ, ਉਹਨਾਂ ਨੂੰ ਡਿਸਟਰਬ ਨਹੀਂ ਕਰਨੀ ਚਾਹੀਦੀ। ਪ੍ਰੈਫਰਡ ਲੋਕੇਸ਼ਨਸ for car repair workshops or service stations and garages are in areas designated as defined employment areas। तो जड़ियाँ भी कार रिपेयर वर्कशॉप या सर्विस स्टेशन या गैरेजेस हैं, सर्विस स्टेशन किसी भी टाइप का है, वो जी प्रॉपर लोकेशन होंगी है जी प्रैफर की जाती है वो डिफाइंड इंप्लॉयमेंट एरियाज़ ही होनी चाहिए है। कुछ एरियाज़ डिफाइन किए गए हैं जोड़े कि रेजिडेंशियल तो हट के या दूर आप बनाने हैं, उन्होंने प्रॉपर किलोमीटर स्कीम्स के नाल भी उन्होंने डिफरेंशिएट किया गया कि किन्ने किन्ने डिस्टेंस तो बाद एक पेट्रोल पंप या एक सर्विस स्टेशन आएगा, तो उन्होंने एरिया होनी चाहिए है। नाउ व्हाट आर द रिक्वायरमेंट्स ऑफ अ सर्विस स्टेशन? की कुछ होना चाहिए है? अ सर्विस स्टेशन इज़ अ प्लेस वेयर इन एडिशन टू केयर ऑफ द मोटर वहीकल, जिथे मोटर कोई भी गड्डी है, कोई भी वहीकल है, उसकी जी रिपेयर के नाल नाल होर उस की सर्विसिज आपको देनी चाहिए। वन इज़ मकैनिकल सर्विस एंड माइनर रिपेयर्स, थोड़ी बहुत रिपेयर हो सकती है। पेट्रोल एंड फ्यूल फिलिंग, जिस तरह पहला दसिया उसकी टाइप्स के आ जाता है कि उत्थे पेट्रोल पंप भी हो सकता है या गैस पंप गैस फ्यूल स्टेशन भी हो सकता है। एंड वाटर सर्विसिंग फैसिलिटीज़, उत्थे पानी की सर्विस भी फैसिलिटीज़ हो सकती हैं ताकि हाईवेज़ के उपर कोई भी बंदा आता उत्थे रुक के टॉयलेट फैसिलिटीज़ या वाटर फैसिलिटीज़ यूज़ कर सके। कार्स आर लुब्रिकेटेड, क्लीनड एंड वॉश्ड, उत्थे कार की वॉशिंग भी होंगी है, लुब्रिकेशन ऑयलिंग का काम भी बहुत होंदा है, या डेंटिंग पेंटिंग जिस तरह है वो भी करती जाती है। एंड अदर टाइप्स ऑफ सिमिलर सर्विसिज दैट आर रिक्वायर्ड डेली आर परफॉर्म्ड, या किसी टाइप के भी रूटीन सर्विसिज जड़ियाँ है गड्डी नूं रूटीन च जी टाइमली सर्विस करवानी है गड्डी की, उस टाइप का काम है। कोई एक्सीडेंटल केट्स हैं उन्होंने वास्ते है, नवा पेंट करवाना है या डेंटिंग वगैरह का काम है, वो सारा कुछ उस वर्क स्टेशन के उपर किया जाता है। इन जनरल इट इनकलूड्स अ नंबर ऑफ सैक्शनस, लाइक इस तरह फिर वो कई सैक्शनस हो जाते हैं, जिस तरह गैरेज जनरल सर्विसिज वास्ते आप गैरेज कह दें हैं। मकैनिकल सर्विस है, कोई पर्टिकुलर पार्ट दी है, जिस तरह वो AC फिलिंग है, रिपेयर है, या कोई इंजन रिपेयर है। मेजर रिपेयर शॉप, कोई ज़्यादा उसकी एक्टिविटीज़ हो सकती हैं, कोई एक्सीडेंटल केस है, पूरी तरह गड्डी डैमेज है, वो रिपेयर है। टायर शॉप, टायर की जिस तरह व्हील बैलेंसिंग वगैरह करनी है गड्डी की या अलाइनमेंट है। दैन पेंट शॉप एंड बॉडी शॉप एटसैट्रा, पूरी गड्डी के कुछ पार्ट्स चेंज करने हैं या पेंटिंग का काम है, नवा पेंट वगैरह कराना है, वो भी हो सकता है। तो इस तरह हरेक उन्होंने एरियाज़ भी अलग अलग बाइफरकेट है, तो उस तरह उन्होंने डिविजनस दे के सैपरेशनस देनी बहुत ज़रूरी है। इट मे हैव सेल्स एजेंसी फॉर अ पर्टिकुलर टाइप ऑफ वहीकल, ईवन किसी पर्टिकुलर ब्रांड का गड्डी का यह शोरूम भी हो सकता है, सेल एजेंसी भी हो सकती है, जिथे उसी ब्रांड दी गड्डियाँ ही रिपेयर की जाएगियाँ। इस तरह भी हो सकता है, जिस तरह कोई मारुति का है या टाटा है, हुंडई है, एटसैट्रा। लेआउट ऑफ गैरेजेस एंड सर्विस स्टेशन, किस टाइप का लेआउट होना चाहिए एक गैरेज या सर्विस स्टेशन का? आप इस ज़्यादातर सर्विस स्टेशन और थोड़ा बहुत उस तो बाद फ्यूल फिलिंग या पेट्रोल फिलिंग पंप्स का जोड़ा है स्टडी करांगे। द इंटरनल लेआउट ऑफ अ गैरेज शुड बी सच एज टू मेक इट वाटर प्रूफ। सब तो पहला तो यह है कि इंटरनल लेआउट के बिल्डिंग जी है टोटली वॉल्स भी, रूफ और फ्लोर, ये सारा वाटर प्रूफ होना चाहिए है, क्योंकि उसके पार्ट्स में रस्टिंग वगैरह ज़्यादा हो जल्दी होंगी है, क्योंकि सारा आयरन वर्क है। सो वाटर प्रूफ होनी चाहिए है, क्लीन एंड स्पेशियस, साफ़ होनी चाहिए और खुली जगह होनी चाहिए है। टू प्रोवाइड सफिशेंट स्पेस फॉर स्मॉल वर्क बेंचेस टू स्टोरेज एंड रिपेयर बेंचेस, तो जोड़े भी उन्होंने सर्विस बेंच वगैरह हैं उन्होंने वास्ते प्रॉपर स्पेस होनी चाहिए। और कोशिश करो जिन्ना वर्क बेंचेस या स्टोरेज वगैरह जी घट्टो घट्ट जगह आ सके और खुली जगह मैक्सीमम आपको स्पेशियस जगह गड्डियां की ठीक ठकाई वास्ते मिल सके।
Following considerations should be made in the layout of garage and service stations. ਇਹ ਆਪਾਂ ਨੂੰ ਧਿਆਨ ਰੱਖਣਾ ਪੈਂਦਾ ਹੈ। One is to provide light to the work benches. ਇੱਕ ਜਿਹੜੀ ਹੈ ਲਾਈਟ ਅੰਦਰ ਔਰ ਵੈਂਟੀਲੇਸ਼ਨ ਪ੍ਰੋਪਰ ਹੋਣੀ ਚਾਹੀਦੀ ਹੈ। ਲਾਈਟ ਬਹੁਤ ਜ਼ਿਆਦਾ ਜ਼ਰੂਰੀ ਹੈ ਵਰਕ ਸਟੇਸ਼ਨ ਦੇ ਉੱਪਰ। ਓਪਨਿੰਗਸ ਦਾ ਵਿੰਡੋਜ਼ ਸ਼ੁੱਡ ਬੀ ਪ੍ਰੋਵਾਈਡਡ ਐਟ ਦਾ ਪ੍ਰੋਪਰ ਪਲੇਸ। ਵਿੰਡੋ ਜਿਹੜੀਆਂ ਪ੍ਰੋਪਰ ਜਗ੍ਹਾ ਦੇ ਉੱਪਰ ਫਿੱਟ ਹੋਣੀ ਚਾਹੀਦੀਆਂ। ਇਹ ਵਾਲ ਲੈਵਲ 'ਤੇ ਵੀ ਹੋ ਸਕਦੀਆਂ, ਜਿਨ੍ਹਾਂ ਦਾ ਸਿਲ ਲੈਵਲ ਜਨਰਲੀ ਆਪਾਂ 3 ਜਾਂ 3.5 ਫੁੱਟ ਤੋਂ ਉੱਪਰ ਹੀ ਰੱਖਦੇ ਹਾਂ, ਕਿਉਂਕਿ 3 ਫੁੱਟ ਤੱਕ ਉਹਨਾਂ ਦੇ ਜਿਹੜੇ ਸਰਵਿਸ ਕਾਊਂਟਰਸ ਹੈ ਜਾਂ ਵਰਕ ਬੈਂਚਿਸ ਹੈ ਉਹ ਆ ਜਾਂਦੇ ਹੈ। ਜਾਂ ਫਿਰ ਆਪਾਂ ਉੱਪਰ ਵੈਂਟੀਲੇਟਰ ਲੈ ਸਕਦੇ ਹਾਂ, ਔਰ ਨੋਰਮਲੀ ਇਹਨੂੰ ਸਕਾਈ ਲਾਈਟ ਹੀ ਅਗਰ ਪ੍ਰੋਵਾਈਡ ਕੀਤੀ ਜਾਂਦੀ ਹੈ ਤਾਂ ਕਿ ਉਹ ਡਾਇਰੈਕਟ ਲਾਈਟ ਵਰਕ ਬੈਂਚਿਸ ਦੇ ਉੱਪਰ, ਜਿੱਥੇ ਉਹ ਬੰਦਾ ਕੰਮ ਕਰ ਰਿਹਾ ਹੈ ਵਰਕ ਦੇ ਉੱਪਰ, ਉਹਨਾਂ ਟੂਲਸ ਵਗੈਰਾ ਪਏ ਹੈ, ਉੱਥੇ ਲਾਈਟ ਪੈ ਸਕੇ। ਟੂ ਕੀਪ ਦਾ ਫਲੋਰ ਕਲੀਨੇਬਲ, ਫਰਸ਼ ਨੂੰ ਸਾਫ਼ ਰੱਖਣ ਵਾਸਤੇ, ਇਟ ਸ਼ੁੱਡ ਬੀ ਅ ਸਮੂਥ ਕੰਕਰੀਟ ਫਲੋਰ ਵਿਦ ਦ ਸਰਫੇਸ ਸਕੇਲਿੰਗ ਕੰਪਾਊਂਡ। ਸਰਫੇਸ ਸਕੇਲਿੰਗ ਕੰਪਾਊਂਡਸ ਆਉਂਦੇ ਹੈ ਜਿਨ੍ਹਾਂ ਨਾਲ ਕੰਕਰੀਟ ਫਲੋਰ ਨੂੰ ਸਮੂਥ ਵੀ ਕੀਤਾ ਜਾਂਦਾ ਹੈ, ਕਿਉਂਕਿ ਕੰਕਰੀਟ ਫਲੋਰ ਜਨਰਲੀ ਰਫ ਹੁੰਦੇ ਹੈ ਜੋ ਕਿ ਟਾਇਰ ਵਹੀਕਲ ਦੀ ਡਿਟੀਰੀਓਰੇਸ਼ਨ ਵੀ ਕਰ ਸਕਦੇ ਹੈ, ਅਤੇ ਇਸ ਕਰਕੇ ਸਮੂਥ ਕਰ ਦਿੱਤੇ ਹੈ। ਬਟ ਨੋਨ ਸਕਿਡੀ ਵੀ ਹੁੰਦੇ ਹੈ, ਆਇਲ ਗਰੀਸ ਵਗੈਰਾ ਜਿਹੜੇ ਉੱਥੇ ਗਿਰਦੀ ਹੈ ਉਸ ਨੂੰ ਵੀ ਉਹ ਚੰਗੀ ਤਰ੍ਹਾਂ ਐਬਜ਼ੌਰਬ ਕਰ ਸਕਦੇ ਹੈ। The doors are provided as many members as required for easy flow of men and materials. और door openings ਜਿਹੜੀ ਹੈ, number of sufficient doors and opening ਜਿਹੜੀ ਉਹਦੀ width ਹੈ ਉਹ ਵੀ ਪ੍ਰੋਪਰ ਹੋਣੀ ਚਾਹੀਦੀ ਹੈ, ਤਾਂ ਕਿ ਉਸ ਚੋਂ men ਜਾਂ ਵਹੀਕਲਸ ਜਾਂ ਜਿਸ ਤਰ੍ਹਾਂ ਕੋਈ ਸਪੇਅਰ ਪਾਰਟਸ ਉਹਨਾਂ ਦੇ ਕਾਰਟੂਨਸ ਦੇ ਫਾਰਮ 'ਚ ਜਾਂ ਡੱਬਿਆਂ ਦੇ ਬੰਦ ਹੋ ਕੇ ਆਉਂਦੇ ਹੈ, ਤਾਂ ਉਹਨਾਂ ਵਾਸਤੇ ਪ੍ਰੋਪਰ ਸਪੇਸ ਹੋਣੀ ਚਾਹੀਦੀ ਹੈ ਸਟੋਰੇਜ ਵਾਸਤੇ, ਔਰ ਡੋਰਸ ਦੀ ਐਂਟਰੀ ਸਫੀਸ਼ੀਐਂਟ ਹੋਏ। The electrical control should be accessible to the operators. ਇਲੈਕਟ੍ਰੀਕਲ ਜਿਹੜਾ ਸਾਰੇ ਦਾ ਕੰਟਰੋਲ ਹੈ ਉਹ ਆਪਰੇਟਰਸ ਦੇ ਆਸ-ਪਾਸ ਜਾਂ ਉਹਨਾਂ ਦੀ ਅਪਰੋਚ ਦੇ ਅੰਦਰ ਹੋਣਾ ਚਾਹੀਦਾ ਹੈ। ਇਹ ਨਹੀਂ ਕਿ ਅਗਰ ਕੋਈ ਸ਼ਾਰਟ ਸਰਕਟਿੰਗ ਹੋ ਗਈ ਤਾਂ ਉਸਦਾ ਇਲੈਕਟ੍ਰੀਕਲ ਮੇਨ ਪੁਆਇੰਟ ਹੀ ਆਪਾਂ ਨੂੰ ਜਾਂ ਮੇਨ ਬੋਰਡ ਹੀ ਨਹੀਂ ਮਿਲ ਰਿਹਾ। ਟੂ ਫਾਰਮ ਅ ਨੀਟ ਸਟੋਰੇਜ ਫਾਰ ਹੈਂਗਿੰਗ ਟੂਲਸ, ਹੁਕਸ ਔਰ ਸਕਰਿਊਜ਼ ਆਈਜ਼ ਸ਼ੁੱਡ ਬੀ ਪ੍ਰੋਵਾਈਡਡ ਔਨ ਦਾ ਪੈਕ ਬੋਰਡਸ। ਸਟੋਰੇਜ ਵਾਸਤੇ ਹੈਂਗਿੰਗ ਟੂਲਸ ਅੱਗੇ ਆਪਾਂ ਦੇਖਾਂਗੇ ਕੀ ਹੁੰਦੇ ਹੈ। ਹੈਂਗਿੰਗ ਟੂਲਸ, ਹੁਕਸ ਵਗੈਰਾ ਜਿਹੜੇ ਹੈ ਉਹ ਪ੍ਰੋਪਰ ਪੈਕ ਬੋਰਡ ਦੇ ਵਿੱਚ ਫਿੱਟ ਹੋਣੇ ਚਾਹੀਦੇ, ਔਰ ਪ੍ਰੋਪਰ ਉਹਨਾਂ ਦਾ ਯੂਜ਼ ਵੀ ਕੀਤਾ ਜਾਣਾ ਚਾਹੀਦਾ ਹੈ, ਤਾਂ ਕਿ ਗਰਾਊਂਡ ਜਿਹੜੀ ਹੈ ਮੈਕਸਿਮਮ ਆਪਣੇ ਕੋਲ ਖੁੱਲੀ ਔਰ ਸਪੇਸ਼ੀਅਸ ਰਹੇ। ਟੂ ਪ੍ਰੋਵਾਈਡ ਅ ਡਿਪੋਜ਼ਿਟ ਆਫ ਵੇਸਟ ਮਟੀਰੀਅਲ, ਜਿਹੜਾ ਵੀ ਵੇਸਟ ਨਿਕਲਦਾ ਹੈ, ਵੇਸਟ ਕੈਨ ਬੀ ਇਨ ਦੀ ਫਾਰਮ ਆਫ ਆਇਲਸ ਔਰ ਪ੍ਰੋਡਕਟਸ, ਔਰ ਇਟ ਕੈਨ ਬੀ ਅ ਸਕ੍ਰੈਪ, ਤਾਂ ਉਹ ਜਿਹੜਾ ਵੀ ਹੈ ਉਸ ਵਾਸਤੇ ਪ੍ਰੋਪਰ ਡਿਪੋਜ਼ਿਟਸ ਜਿਹੜਾ ਡਿਪੋਜ਼ਿਟ ਕਰਨਾ ਪ੍ਰੋਪਰ ਜਗ੍ਹਾ ਹੋਣੀ ਚਾਹੀਦੀ ਹੈ। The layout plan of the facility now proceeds specifying the location of vehicle hoists, required services such as oil reticulation, compressed air supply, water supply and waste oil services. ਇਹ ਸਾਰੀਆਂ ਸਰਵਿਸਿਜ਼ ਆਪਾਂ ਨੂੰ ਪ੍ਰੋਪਰ ਲੇਆਊਟ ਦੇ ਵਿੱਚ ਪ੍ਰੋਵਾਈਡ ਕਰਨੀ ਚਾਹੀਦੀਆਂ ਹੈ ਫੈਸਿਲਿਟੀਜ਼। ਵਰਕਸ਼ਾਪ ਪਲੈਨਿੰਗ ਐਂਡ ਲੇਆਊਟ, ਕੀ ਇੱਕ ਵਰਕਸ਼ਾਪ ਦੇ ਅੰਦਰ ਜਾਂ ਇੱਕ ਸਰਵਿਸ ਸਟੇਸ਼ਨ ਦੇ ਅੰਦਰ ਲੇਆਊਟ ਦੇ ਦੌਰਾਨ ਕੀ ਪਲੈਨਿੰਗ ਕਨਸੈਪਟਸ ਆਪਾਂ ਨੂੰ ਧਿਆਨ ਰੱਖਣੇ ਪੈਂਦੇ ਆ। ਵਨ ਇਜ਼ ਰਿਸੈਪਸ਼ਨਿਸਟ ਐਂਡ ਪ੍ਰੀ ਇੰਸਪੈਕਸ਼ਨ। ਪ੍ਰੀ ਇੰਸਪੈਕਸ਼ਨ ਜਿਸ ਤਰ੍ਹਾਂ ਪਿਕਚਰ 'ਚ ਹੈ ਕਿ ਕਾਰਾਂ ਆਈਆਂ, ਵਹੀਕਲ ਆਏ, ਉਹਨਾਂ ਦੀ ਪ੍ਰੋਪਰ ਇੰਸਪੈਕਸ਼ਨ ਪਹਿਲੇ ਕੀਤੀ ਜਾਂਦੀ ਹੈ, ਉਹਨਾਂ ਦੀ ਪ੍ਰੋਬਲਮ ਕੀ ਹੈ, ਉਹਨਾਂ ਦੇ ਜੌਬ ਕਾਰਡਸ ਤਿਆਰ ਹੁੰਦੇ ਹੈ, ਔਰ ਈਵਨ ਅਗਰ ਉਸ 'ਚ ਪਹਿਲਾਂ ਹੀ ਕੋਈ ਡੈਂਟ ਹੈ, ਸਕ੍ਰੈਚਿਸ ਹੈ ਜਾਂ ਕਿਸੇ ਟਾਈਪ ਦੀ ਪ੍ਰੋਬਲਮ ਹੈ ਉਹ ਉੱਥੇ ਨੋਟ ਡਾਊਨ ਕੀਤੀ ਜਾਂਦੀ ਹੈ, ਤਾਂ ਕਿ ਕਸਟਮਰ ਬਾਅਦ 'ਚ ਕਿਸੇ ਟਾਈਪ ਦਾ ਵੀ ਕਲੇਮ ਨਾ ਕਰੇ। ਰਿਸੈਪਸ਼ਨਿਸਟ ਵਾਸਤੇ ਉੱਥੇ ਪ੍ਰੋਪਰ ਜਗ੍ਹਾ ਹੋਣੀ ਚਾਹੀਦੀ ਹੈ, ਤਾਂ ਕਿ ਜਿਹੜਾ ਵੀ ਕੋਈ ਕਸਟਮਰ ਆਇਆ ਹੈ ਉਸ ਨੂੰ ਜ਼ਿਆਦਾ ਪੁੱਛਗਿੱਛ ਜਾਂ ਜ਼ਿਆਦਾ ਪ੍ਰੋਬਲਮ 'ਚ ਨਹੀਂ ਪੈਣਾ ਪੈਂਦਾ। ਕਾਫੀ ਬ੍ਰੇਕ ਰੂਮ, ਜਿਸ ਤਰ੍ਹਾਂ ਕਸਟਮਰ ਲਾਊਂਜ ਹੈ, ਇਸ ਤਰ੍ਹਾਂ ਸਪੇਸਿਸ ਹੋਣੀ ਚਾਹੀਦੀਆਂ ਤਾਂ ਕਿ ਕਸਟਮਰ ਆਪਣੀ ਜਗ੍ਹਾ 'ਤੇ ਬੈਠ ਕੇ ਉਹਨਾਂ ਦੇ ਜਿਹੜੀ ਖਾਣ ਪੀਣ ਦੀ ਸਰਵਿਸ ਹੈ, ਕਾਫੀ ਟੀ ਵਗੈਰਾ ਪ੍ਰੋਪਰ ਸਰਵ ਹੋਣ ਦਾ ਏਰੀਆ ਹੋਣਾ ਚਾਹੀਦਾ ਹੈ। ਪਾਰਟ ਵੇਅਰ ਹਾਊਸ, ਜਿੱਥੇ ਉਹਨਾਂ ਨੇ ਆਪਣੇ ਕੋਈ ਸਪੇਅਰ ਪਾਰਟਸ ਹੈ, ਉਹਨਾਂ ਦਾ ਪਾਰਟਸ ਵਗੈਰਾ ਉੱਥੇ ਉਹਨਾਂ ਦਾ ਵੇਅਰ ਹਾਊਸ ਬਣਿਆ ਹੋਣਾ ਚਾਹੀਦਾ ਹੈ ਜੋ ਕਿ ਪ੍ਰੋਪਰ ਲੋਕੇਸ਼ਨ 'ਤੇ ਹੋਏ। ਰਿਪੇਅਰ ਸਪੇਸ, ਰਿਪੇਅਰ ਦੀ ਪ੍ਰੋਪਰ ਸਫੀਸ਼ੀਐਂਟ ਸਪੇਸ, ਜਿਸ ਤਰ੍ਹਾਂ ਇਹ ਇਸ ਪਿਕਚਰ ਦੇ ਵਿੱਚ ਹੈ, ਗੱਡੀਆਂ ਇੱਥੇ ਰਿਪੇਅਰ ਕਰਨੀ ਹੈ, ਉਹਨਾਂ ਦੇ ਟੂਲ ਬਾਕਸਿਸ ਇਸ ਸਾਈਡ 'ਤੇ ਰੱਖੇ ਹੈ, ਔਰ ਈਵਨ ਇੱਥੇ ਹੈਂਗਿੰਗਸ ਲਿਫਟ ਜਿਹੜੀਆਂ ਹੈ ਉਹਨਾਂ ਨਾਲ ਪੂਰੀ ਸਪੇਸ ਹੈ। ਡੈਂਟਿੰਗ ਪੈਂਟਿੰਗ ਏਰੀਆ ਦੀ ਵੀ ਰਿਪੇਅਰ ਸਪੇਸ ਅਲੱਗ ਹੈ, ਜਿਸ ਤਰ੍ਹਾਂ ਪੇਂਟ ਹੋ ਰਿਹਾ, ਔਰ ਇਹ ਚਾਰ ਪਾਸੇ ਪੂਰੀ ਇਨਕਲੋਜ਼ਡ ਹੈ ਤਾਂ ਕਿ ਉਸਦੀ ਫਿਊਮ ਜਾਂ ਉਸਦੀ ਜਿਹੜੀ ਪੇਂਟ ਦੇ ਛਿੱਟੇ ਹੈ ਉਹ ਬਾਹਰਲੇ ਪਾਸੇ ਕਿਸੇ ਹੋਰ ਬਾਕੀ ਦੀ ਬਿਲਡਿੰਗ ਨੂੰ ਜਾਂ ਬਾਕੀ ਏਰੀਆ ਨੂੰ ਖਰਾਬ ਨਾ ਕਰਨ। ਦੈਨ ਮੈਨੇਜਮੈਂਟ ਆਫ ਦੀ ਸਪੇਸ, ਔਰ ਇਹ ਬਹੁਤ ਜ਼ਰੂਰੀ ਹੈ। ਮੈਨੇਜਮੈਂਟ ਦੇ ਵਿੱਚ ਮੈਨੇਜਰ ਹੈ ਜਾਂ ਕਿਸੇ ਉਹਨਾਂ ਦੀ ਬਿਲਿੰਗ ਵਗੈਰਾ ਦੇ ਜਿਹੜੇ ਕਾਊਂਟਰਸ ਹੈ ਉਹ ਸਾਰੇ, ਰਿਕਾਰਡ ਰੂਮ ਹੈ, ਉਹ ਸਾਰਾ ਕੁਛ ਮੈਨੇਜਮੈਂਟ ਆਫਿਸ ਦੇ ਵਿੱਚ ਹੀ ਆ ਜਾਂਦਾ ਹੈ। ਇਹ ਇੱਕ ਟੈਂਟੇਟਿਵ ਪਲਾਨ ਦਿੱਤਾ ਗਿਆ ਹੈ ਲੇਆਊਟ ਆਫ ਆਟੋਮੋਬਾਈਲ ਸਰਵਿਸ ਸਟੇਸ਼ਨ ਹੈ। ਦਿਸ ਇਜ਼ ਦ ਐਂਟਰੀ, ਦਿਸ ਇਜ਼ ਅ ਵੇ ਫਾਰ ਵਹੀਕਲਸ। ਸਭ ਤੋਂ ਪਹਿਲੇ ਸਿਕਿਉਰਿਟੀ ਗੇਟ ਬਹੁਤ ਜ਼ਰੂਰੀ ਹੈ ਜਿਹੜਾ ਕਿ ਉਹਦੀ ਐਂਟਰੀ ਕਰੇਗਾ, ਉਹਨੂੰ
ਇੱਕ ਬੈਚ ਪ੍ਰੋਵਾਈਡ ਕਰੇਗਾ ਉਹਦਾ ਨੰਬਰ ਦੇ ਕੇ। ਦੈਨ ਵਹੀਕਲਸ ਅਵੇਟਿੰਗ ਸਰਵਿਸਿਜ਼, ਜਿਨ੍ਹਾਂ ਦੀ ਸਰਵਿਸ ਹੋਣੀ ਹੈ ਉਹ ਸਾਰੇ ਵਹੀਕਲ ਇਸ ਜਗ੍ਹਾ 'ਤੇ ਪਾਰਕ ਕੀਤੇ ਜਾਣੇ ਹੈ। ਵਹੀਕਲਸ ਫॉर ਡਿਸਪਲੇ, ਇੱਥੇ ਉਸ ਤੋਂ ਬਾਅਦ ਵਹੀਕਲ ਨੂੰ ਚੈੱਕ ਕੀਤਾ ਜਾਂਦਾ ਹੈ ਔਰ ਜਾਂ ਪੂਰਾ ਜਦੋਂ ਦੀ ਕਲੀਅਰੈਂਸ ਹੋ ਜਾਂਦੀ ਹੈ ਤਾਂ ਵਹੀਕਲ ਨੂੰ ਇੱਥੇ ਰੱਖਿਆ ਜਾਂਦਾ ਹੈ ਤਾਂ ਕਿ ਕਸਟਮਰ ਆਪਣਾ ਵਹੀਕਲ ਵਾਪਸ ਲੈ ਕੇ ਜਾ ਸਕੇ। In the front yard we have manager cabin, spare shop या spare parts ਦੀ ਸ਼ਾਪ ਹੈ, ਐਂਡ ਸ਼ੋਰੂਮ ਐਂਡ ਵਹੀਕਲ ਸੇਲਸ। ਸ਼ੋਰੂਮ ਅਗਰ ਉਹ ਕਿਸੇ ਗੱਡੀਆਂ ਦਾ ਪਾਰਟੀਕੂਲਰ ਕਿਸੇ ਬ੍ਰਾਂਡ ਦਾ ਸ਼ੋਰੂਮ ਵੀ ਹੋ ਸਕਦਾ ਹੈ ਤਾਂ ਉਹਨਾਂ ਦੀ ਨਾਲ ਸੇਲ ਵਗੈਰਾ ਵੀ ਹੈ। ਤਾਂ ਇਸ ਦੇ ਵਿੱਚ ਕਾਫੀ ਰੂਮਸ ਆ ਜਾਂਦੇ ਆ, ਜਿਸ ਤਰ੍ਹਾਂ ਉਹਨਾਂ ਦੇ ਮੈਨੇਜਰ ਦੇ ਰੂਮ ਹੈ, ਪਲੱਸ ਗੱਡੀਆਂ ਦੀ ਡਿਸਪਲੇ ਹੈ। ਈਵਨ ਉਹਨਾਂ ਦੇ ਨਾਲ ਜਿਹੜੇ ਉਹਨਾਂ ਦੇ ਇੰਸ਼ੋਰੈਂਸ ਵਗੈਰਾ ਹੈ, ਉਹਨਾਂ ਦੀ ਬਿਲਿੰਗ ਹੈ, ਕੋਈ ਗੱਡੀਆਂ ਦੇ ਨੰਬਰ ਵਗੈਰਾ ਦੇਣੇ, ਉਹ ਸਾਰਾ ਡਾਟਾ ਇਹਦੇ ਵਿੱਚ ਹੀ ਇੱਥੇ ਕਾਊਂਟਰ ਉਹਨਾਂ ਨਾਲ ਤਿਆਰ ਕੀਤੇ ਜਾਂਦੇ ਹੈ। ਦਿਸ ਇਜ਼ ਦਾ 에ਅਰ ਸਪਲਾਈ ਐਂਡ ਦੈਨ ਲੂਬਰੀਕੇਸ਼ਨ, ਗੱਡੀਆਂ ਨੂੰ ਪੈਟਰੋਲ ਸਪਲਾਈ ਅਗਰ ਕੋਈ ਕਰਨੀ ਹੈ, ਐਂਡ ਡੀਜ਼ਲ ਸਪਲਾਈ, ਪੈਟਰੋਲ ਜਾਂ ਡੀਜ਼ਲ ਦੇ ਅਲੱਗ-ਅਲੱਗ ਕਾਊਂਟਰ ਹੈ। ਇਹ ਥੋੜ੍ਹਾ ਬਹੁਤ ਕੰਮ ਹੈ ਜਿਹੜਾ ਕਰਕੇ ਕਸਟਮਰ ਬਾਹਰ ਜਾ ਸਕਦਾ ਹੈ। ਅਗਰ ਜ਼ਿਆਦਾ ਰਿਪੇਅਰ ਹੈ ਦੈਨ ਦਿਸ ਇਜ਼ ਦਾ ਸੁਪਰਵਾਈਜ਼ਰਸ ਕੈਬਿਨ, ਜਿੱਥੇ ਉਹਨਾਂ ਨੇ ਚੈੱਕ ਕਰਨਾ ਹੈ ਗੱਡੀ ਨੂੰ, ਐਂਡ ਵੇਟਿੰਗ ਰੂਮ ਫॉर ਦਾ ਕਸਟਮਰ ਆਪਣੀ ਵੇਟ ਇੱਥੇ ਬੈਠ ਕੇ ਆਰਾਮ ਨਾਲ ਕਰ ਸਕਦੇ ਹੈ। ਦੈਨ ਵੀਲਸ ਐਂਡ ਟਾਇਰ ਰਿਪੇਅਰ, ਟਰਾਂਸਮਿਸ਼ਨ ਰਿਪੇਅਰਸ, ਬੋਡੀ ਰਿਪੇਅਰਸ, ਕੋਈ ਡੈਂਟਿੰਗ ਵੈਂਟਿੰਗ ਵਗੈਰਾ ਹੈ, ਮੇਨ ਰਿਪਲੇਸਮੈਂਟਸ, ਕੋਈ ਪ੍ਰੋਡਕਟ ਹੀ ਪੂਰਾ ਦਾ ਪੂਰਾ ਬੋਡੀ ਦਾ ਚੇਂਜ ਕਰਨਾ ਹੈ। ਇਲੈਕਟ੍ਰੀਕਲ ਰਿਪੇਅਰ, ਵਹੀਕਲ ਟੈਸਟਿੰਗ, ਸਟੋਰਸ, ਇਸ ਸਟੋਰ ਦੇ ਵਿੱਚ ਜਿਹੜਾ ਹੈ ਕੋਈ ਸਪੇਅਰ ਪਾਰਟ ਦਾ ਉਹ ਜਿਹੜੇ ਨਵੇਂ ਬਾਕਸ ਆਏ ਉਹ ਵੀ ਰੱਖੇ ਜਾ ਸਕਦੇ ਹਨ, ਔਰ ਈਵਨ ਕੋਈ ਸਕ੍ਰੈਪ ਵਗੈਰਾ ਜਾਂ ਕੋਈ ਵੇਸਟ ਹੈ ਉਹ ਵੀ ਸਾਰਾ ਸਟੋਰ ਦੇ ਵਿੱਚ ਹੀ ਕੀਤਾ ਜਾਂਦਾ ਹੈ। ਐਟ ਦਾ ਬੈਕ ਵੀ ਹੈਵ ਇੰਜਨ ਰਿਪੇਅਰ ਸੈਕਸ਼ਨ। ਤਾਂ ਸਾਰੇ ਸੈਕਸ਼ਨ ਦੇਖ ਸਕਦੇ ਹੋ ਇੱਥੇ ਅਲੱਗ-ਅਲੱਗ ਹੀ ਆਪਾਂ ਨੂੰ ਦੇਣੇ ਪੈਂਦੇ ਆ, ਅਲੱਗ-ਅਲੱਗ ਉਹਨਾਂ ਦੀ ਪ੍ਰੋਵੀਜ਼ਨ ਦੇਣੀ ਪੈਂਦੀ ਹੈ। ਐਂਡ ਦਿਸ ਇਜ਼ ਦਾ ਵਾਸ਼ਿੰਗ ਰੈਂਪ, ਔਰ ਗੱਡੀ ਵਾਸ਼ ਕਰਾਉਣ ਤੋਂ ਬਾਅਦ ਸਿੱਧਾ ਬਾਹਰ ਜਾ ਕੇ ਆਪਣਾ ਟਾਈਮ ਆਫਿਸ ਤੋਂ ਗੇਟ ਤੋਂ ਆਪਣਾ ਗੇਟ ਪਾਸ ਦੇ ਕੇ ਬਾਹਰ ਜਾ ਸਕਦੀ ਹੈ। ਇੱਥੇ ਹੀ ਉਹਨਾਂ ਦੀ ਬਿਲਿੰਗ ਵਗੈਰਾ ਹੋ ਜਾਏਗੀ। ਔਰ ਇੱਥੇ ਈਵਨ ਪੇਂਟਿੰਗ ਸੈਕਸ਼ਨ, ਟਿੰਕਲਿੰਗ ਸੈਕਸ਼ਨ, ਇੰਸਪੈਕਸ਼ਨ ਸੈਕਸ਼ਨ, ਇਹ ਸਾਰੇ ਅਲੱਗ-ਅਲੱਗ ਹੈ। This is one view which is showing the different sections as well as their entry exits are being shown here। ਜਿਸ ਤਰ੍ਹਾਂ ਇਹ ਕੋਈ ਇੱਕ ਰਿਪੇਅਰ ਸੈਕਸ਼ਨ ਹੈ ਗੱਡੀ ਦਾ, ਇਹ ਜੈਕ ਦੇ ਉੱਪਰ ਖੜੀ ਹੈ ਦੇਖ ਸਕਦੇ ਹੋ, ਔਰ ਇੱਥੋਂ ਦੀ ਗੱਡੀ ਦੀ ਐਂਟਰੀ ਹੈ ਐਂਡ ਦੈਨ ਐਗਜ਼ਿਟ ਹੈ। ਤਾਂ ਨੰਬਰ ਆਫ ਬੇਜ਼ ਇਹ ਕੈਨ ਬੀ 2 ਔਰ 3 ਔਰ ਮੋਰ, ਤਾਂ ਉਹਨਾਂ ਦਾ ਸਾਰਾ ਕਾਊਂਟਰ ਸੈਕਸ਼ਨ ਉਹਨਾਂ ਦੇ ਆਸ-ਪਾਸ ਹੀ ਲੱਗਿਆ ਹੋਇਆ ਹੈ। ਇੱਥੇ ਫਿਲਿੰਗ ਹੈ ਗੱਡੀ ਪੈਟਰੋਲ ਜਾਂ ਡੀਜ਼ਲ ਫਿਲਿੰਗ। ਇੱਥੋਂ ਦੇ ਅੰਦਰ ਆ ਕੇ ਗੱਡੀ ਦੀ ਬਾਕੀ ਟਾਈਪ ਦੀ, ਜਿਸ ਤਰ੍ਹਾਂ ਇਹ ਰੈਂਪ ਦੇ ਉੱਪਰ ਵਾਸ਼ਿੰਗ ਹੈ, ਇਹ ਵਾਸ਼ਿੰਗ ਵਗੈਰਾ ਕਰਾ ਕੇ ਗੱਡੀ ਬਾਹਰ ਜਾ ਸਕਦੀ ਹੈ। ਐਂਡ ਈਵਨ ਹੇਅਰ ਦਾ ਡੈਂਟਿੰਗ ਪੈਂਟਿੰਗ ਏਰੀਆ ਹੈ। ਅਗਰ ਪਿਛਲੇ ਪਾਸੇ ਦੀ ਐਂਟਰੀ 'ਚੋਂ ਦੇਖ ਸਕਦੇ ਹੋ ਇੱਥੇ ਡਿਸਪਲੇ ਹੈ, ਦਿਸ ਇਜ਼ ਦਾ ਮੇਨ ਆਫਿਸ ਏਰੀਆ, ਮੈਨੇਜਰਲ ਕੈਬਿਨ। ਇੱਥੇ ਗੱਡੀ ਦੀ ਡਿਸਪਲੇ ਜਿਹੜੀ ਨਵੇਂ ਮਾਡਲ ਹੈ ਉਹਨਾਂ ਦਾ ਰਿਸੈਪਸ਼ਨਿਸਟ ਹੈ, ਔਰ ਉਹਨਾਂ ਦਾ ਮੈਨੇਜਰ ਕੈਬਿਨ ਜਾਂ ਉਹਨਾਂ ਦੇ ਜਿਹੜੇ ਵੀ ਕੋਈ ਇੰਸ਼ੋਰੈਂਸ ਵਗੈਰਾ ਦੇ ਕਾਗਜ਼ ਪੱਤਰ ਤਿਆਰ ਹੋਣੇ ਉਹ ਸਭ ਇਹ ਜਗ੍ਹਾ 'ਤੇ ਹੋਣੇ ਹੈ। ਔਰ ਬਾਕੀ ਦਾ ਏਰੀਆ ਇਹ ਨਵੀਂ ਗੱਡੀਆਂ ਨੂੰ ਸਰਵਿਸ ਕਰਕੇ ਸੈੱਟ ਕਰਕੇ ਜਿਹੜਾ ਹੈ ਕੋਈ ਆਰਡਰ ਤੋਂ ਬਾਅਦ ਉਹ ਵਾਪਸ ਭੇਜਣੀ, ਉਹਨਾਂ ਦਾ ਏਰੀਆ ਵੀ ਅਲੱਗ ਮਾਰਕ ਕੀਤਾ ਗਿਆ ਹੈ। This is one layout showing all kind of amenities here। ਜਿਸ ਤਰ੍ਹਾਂ ਇਹ ਮੇਨ ਐਂਟਰੀ ਹੈ ਨੀਚੋਂ, ਇਸ ਐਂਟਰੀ ਤੋਂ ਬਾਅਦ ਸਟਾਰਟਿੰਗ ਦੇ ਵਿੱਚ ਇੱਥੇ ਦੇਖ ਸਕਦੇ ਹੋ ਗੱਡੀਆਂ ਦਾ ਡਿਸਪਲੇ ਹੈ ਔਰ ਆਫਿਸ ਏਰੀਆ ਹੈ। ਇਸ ਡਿਸਪਲੇ ਤੋਂ ਬਾਅਦ ਇਹਦੇ ਨਾਲ ਹੀ ਸਾਰਾ ਮੈਨੇਜਰ ਕੈਬਿਨ ਔਰ ਸਾਰਾ ਉਹਨਾਂ ਦਾ ਬਾਕੀ ਜਿਹੜਾ ਮੈਨੇਜਰ ਆਫਿਸ ਹੈ ਉਹ ਸਾਰਾ ਇੱਥੇ ਇੰਸਟਾਲ ਕੀਤਾ ਗਿਆ ਹੈ। ਸਟਾਰਟਿੰਗ ਤੋਂ ਪਰ ਇੱਥੇ ਗੱਡੀਆਂ ਆਪਣੀ ਜਿਨ੍ਹਾਂ ਦੀ ਟਰਨ ਆਉਣੀ ਆ ਉਹ ਵੇਟ ਕਰਨਗੀਆਂ। ਇਹਨਾਂ ਦੀ ਵੇਟਿੰਗ ਤੋਂ ਬਾਅਦ ਇਹ ਕਾਰਾਂ ਇਹਦੇ ਅੰਦਰੋਂ ਦੀ ਐਂਟਰ ਕਰਾ ਕੇ ਜੋ ਵੀ ਉਹਨਾਂ ਦੀ ਪ੍ਰੋਬਲਮ ਹੈ ਉਹ ਜਾਂ ਇਸ ਸਾਈਡ ਤੋਂ ਵੀ ਉਹਨਾਂ ਦੀ ਐਂਟਰੀ ਐਗਜ਼ਿਟ ਹੈ, ਇਸ ਤਰ੍ਹਾਂ ਕਰਕੇ ਜਿਸ ਟਾਈਪ ਦੇ ਸੈਕਸ਼ਨ ਦੀ ਰਿਪੇਅਰ ਦੇਣੀ ਹੈ ਉਹ ਹੋ ਸਕਦੀ ਹੈ। ਜਿਸ ਤਰ੍ਹਾਂ ਇੱਥੇ ਜੈਕਸ ਲੱਗੇ ਹੈ, ਇੱਥੇ ਸਵਿੰਗ ਲਿਫਟਸ ਲੱਗੀਆਂ ਹੈ, ਤਾਂ ਜੋ ਵੀ ਉਹਨਾਂ ਦੀ ਪ੍ਰੋਬਲਮ ਹੈ ਉੱਥੇ ਹੈ। ਹਰੇਕ ਦੇ ਨਾਲ ਦੇਖ ਸਕਦੇ ਹੋ ਇੱਥੇ ਅਲੱਗ ਉਹਦਾ ਕੰਪਿਊਟਰ ਔਰ ਉਹਨਾਂ ਦਾ ਕੰਪਿਊਟਰ ਅਰੇਂਜਮੈਂਟ ਐਜ਼ ਵੈਲ ਐਜ਼ ਉਹਨਾਂ ਦਾ ਟੂਲ ਬਾਕਸ ਸਿਸਟਮ ਹਰੇਕ ਬੇ ਦਾ ਅਲੱਗ ਬਣਿਆ ਹੈ। ਤਾਂ ਨੰਬਰ ਆਫ ਬੇਜ਼ ਡਿਪੈਂਡ ਕਰਦੀਆਂ ਹੈ ਕਿ ਉਹਦੇ ਟੋਟਲ ਬਲਕ ਵਹੀਕਲਸ ਦਾ ਕਿੰਨਾ ਹੈ। ਮੈਨ ਐਂਡ ਵੂਮਨ ਟੋਇਲਟਸ ਦੀ ਫੈਸਿਲਿਟੀਜ਼ ਪ੍ਰੋਪਰ ਦੇਣੀ ਹੈ ਹਰ ਜਗ੍ਹਾ 'ਤੇ। ਉਹਨਾਂ ਦਾ ਲੁਬਰੀਕੇਸ਼ਨ ਏਰੀਆ ਜਾਂ ਡੈਂਟਿੰਗ ਪੈਂਟਿੰਗ ਏਰੀਆ ਔਰ ਈਵਨ ਟ੍ਰੇਨਿੰਗ ਰੂਮ, ਨਵੀਂ ਕੋਈ ਗੱਡੀ ਦਾ ਮਾਡਲ ਆਇਆ ਤਾਂ ਉਸਦੀ ਟ੍ਰੇਨਿੰਗ ਬਕਾਇਦਾ ਉਹਨਾਂ ਨੂੰ ਦਿੱਤੀ ਜਾਂਦੀ ਹੈ। ਸਾਰੇ ਟੋਇਲਟਸ ਹੈ, ਔਰ ਉਸ ਤੋਂ ਬਾਅਦ ਇਹ ਐਗਜ਼ਿਟ ਇੱਥੇ ਗੇਟ ਰੂਮ ਤੋਂ ਬਾਅਦ ਆਪਣਾ ਗੇਟ ਪਾਸ ਲੈ ਕੇ ਇੱਥੋਂ ਬਾਹਰ ਐਗਜ਼ਿਟ ਕੀਤੀ ਜਾ ਸਕਦੀ ਹੈ। ਇਸ ਵਿੱਚ ਦੇਖ ਸਕਦੇ ਹੋ ਇੱਕ ਹੋਰ ਪਲਾਨ ਹੈ ਜਿਹਦੇ ਵਿੱਚ ਇਹ ਐਂਟਰੀ ਕਰਨ ਤੋਂ ਬਾਅਦ ਇੱਥੇ ਵੇਟਿੰਗ ਹੈ। ਦਿਸ ਇਜ਼ ਆਊਟਰ ਵੇਟਿੰਗ ਤੋਂ ਬਾਅਦ ਆਹ ਸਾਈਡ ਗੱਡੀ ਦੀ ਵੇਟਿੰਗ ਹੈ, ਜਿਹੜੀ ਬਾਹਰਲੇ ਪਾਸੇ ਆਪਣੀ ਟਰਨ ਵਾਲੇ ਜੋ ਵੈਸੇ ਕੋਈ ਕਸਟਮਰ ਆਏ। ਇੱਥੇ ਜਿਹੜੀ ਰਿਪੇਅਰ ਹੋਣੀ ਹੈ ਗੱਡੀ ਉਹਨਾਂ ਦੀ ਵੇਟਿੰਗ ਹੈ। ਉਹ ਗੱਡੀਆਂ ਰਿਪੇਅਰ ਹੋਣ ਤੋਂ ਬਾਅਦ ਸਿੱਧਾ ਇੱਥੋਂ ਅੰਦਰ ਜਾਣੀ ਹੈ। ਅੰਦਰ ਜਾ ਕੇ ਐਂਟਰੀ ਦੇ ਉੱਪਰ ਇੱਥੇ ਸਾਰਾ ਉਹਨਾਂ ਦਾ ਰਿਕਾਰਡ ਹੈ। ਮੇਨ ਕੋਰੀਡੋਰ ਉਹਨਾਂ ਦੇ ਜੋਇਸਟ ਜਾਂ ਉਹਨਾਂ ਦੇ ਸਾਰੇ ਉਹ ਦੋਨੇ ਪਾਸੇ ਲੱਗੇ ਹੋਏ ਹੈ, ਜੈਕਸ ਲੱਗੇ ਹੋਏ ਹੈ, ਤਾਂ ਕਿ ਗੱਡੀਆਂ ਦੀ ਜਿਸ ਟਾਈਪ ਦੀ ਰਿਪੇਅਰ ਉਹਨਾਂ ਨੂੰ ਦੇਣੀ ਹੈ, ਅਗਰ ਉਹ ਲਿਫਟ ਕਰਨੀ ਹੈ ਤਾਂ ਲਿਫਟ ਵਾਸਤੇ ਹੈ, ਅਗਰ ਉਹਨਾਂ ਨੂੰ ਵਾਸ਼ਿੰਗ ਜਾਂ ਉਹਨਾਂ ਦੀ ਲੁਬਰੀਕੇਸ਼ਨ ਕਰਨੀ ਹੈ ਉਹਨਾਂ ਵਾਸਤੇ ਹੈ।
ਫਿਲਿੰਗ ਕਰਨੀ ਹੈ, ਫਿਲਿੰਗ ਵਾਸਤੇ ਪੈਟਰੋਲ ਐਂਡ ਡੀਜ਼ਲ ਫਿਊਲ ਸਟੇਸ਼ਨ ਹੈ, ਇੱਥੋਂ ਦੀ ਐਗਜ਼ਿਟ ਕਰ ਸਕਦੇ ਹਾਂ। ਜਿਹੜੀ ਗੱਡੀਆਂ ਤਿਆਰ ਹੋਈ ਨੇ ਉਹ ਬਾਹਰਲੇ ਪਾਸੇ ਇਸ ਸਾਈਡ ਤੇ ਰੱਖ ਸਕਦੇ ਹਾਂ। ਕੋਈ ਨਵੀਆਂ ਗੱਡੀਆਂ ਜਿਹੜੀਆਂ ਆਈਆਂ ਉਹ ਇਸ ਸਾਈਡ ਤੇ ਵੀ ਪਾਰਕ ਕੀਤੀਆਂ ਸਕਦੀਆਂ। ਦਿਸ ਇਜ਼ ਅ ਸਪੇਅਰ ਪਾਰਟਸ ਰੂਮ। ਇੱਥੋਂ ਡਾਇਰੈਕਟ ਇਹਨਾਂ ਨੂੰ ਕੋਈ ਸਰਵਿਸ ਦੇਣੀ ਹੈ ਤਾਂ ਇੱਥੇ ਸਮਾਨ ਇਸ਼ੂ ਹੋ ਜਾਏਗਾ, ਅਦਰਵਾਈਜ਼ ਇੱਥੋਂ ਦੀ ਡਾਇਰੈਕਟ ਇਹ ਜਿਹੜਾ ਸਰਵਿਸ ਸਟੇਸ਼ਨ ਏਰੀਆ ਹੈ, ਵਰਕਸ਼ਾਪ ਏਰੀਆ, ਉਹਦੇ ਵਿੱਚ ਆਪਣੀ ਆਊਟਪੁੱਟ ਦੇ ਸਕਦੇ ਹਾਂ ਸਮਾਨ ਦੀ। ਇੱਥੇ ਜੋ ਇਲੈਕਟ੍ਰੀਕਲ ਜਾਂ ਹੋਰ ਮਕੈਨੀਕਲ ਟਾਈਪ ਦੀ ਜਿਹੜੀ ਸਰਵਿਸਿਜ਼ ਦੇਣੀਆਂ ਹੈ, ਕੋਈ ਇੰਜਨ ਰਿਪੇਅਰ ਵਗੈਰਾ, ਉਹਨਾਂ ਦੇ ਕੈਬਿਨ ਅਲੱਗ ਯੂਨਿਟ ਬਣੇ ਹੈ। ਔਰ ਇਹ ਸਾਰਾ ਮੇਨ ਐਂਟਰੀ ਇੱਥੋਂ ਕਰਨ ਤੋਂ ਬਾਅਦ ਦੇਖ ਸਕਦੇ ਹੋ, ਦਿਸ ਇਜ਼ ਮੇਨ ਐਂਟਰੀ। ਇਹ ਸਾਰੀਆਂ ਕਾਰਾਂ ਡਿਸਪਲੇ ਕੀਤੀਆਂ ਹੋਈਆਂ ਔਨ ਡਿਫਰੈਂਟ ਕਾਊਂਟਰਸ। ਇਹ ਸਾਰੇ ਕਾਊਂਟਰ ਬਣੇ ਇਹਨਾਂ ਦੇ। ਇਹ ਸਾਰਾ ਮੈਨੇਜਰੀਅਲ ਆਫਿਸ ਹੈ, ਜਿੱਥੇ ਇੰਸ਼ੋਰੈਂਸ ਦਾ ਹੈ, ਕਾਗਜ਼ ਪੱਤਰ ਗੱਡੀਆਂ ਨਵੇਂ ਤਿਆਰ ਕਰਨੇ ਹੈ, ਕਸਟਮਰ ਦਾ ਸਾਰਾ ਰਿਕਾਰਡ ਡਾਟਾ ਤਿਆਰ ਕਰਨਾ ਹੈ, ਪੇਮੈਂਟ ਵਗੈਰਾ ਦਾ ਸਿਸਟਮ ਹੈ, ਉਹ ਸਾਰਾ ਇੱਥੇ ਹੀ ਕਰਕੇ ਮੈਨੇਜਰ ਆਫਿਸਿਸ ਵਗੈਰਾ ਸਾਰਾ ਮੈਨੇਜਰ ਆਫਿਸ ਨਾਲ ਉਹਦੇ ਅਰੇਂਜ ਕੀਤਾ ਹੈ। ਔਰ ਪ੍ਰੋਪਰ ਟੋਇਲਟਸ ਫੈਸਿਲਿਟੀਜ਼ ਦਿੱਤੀਆਂ ਗਈਆਂ ਹੈ। ਇਸ ਲੇਆਊਟ 'ਚ ਵੀ ਦੇਖ ਸਕਦੇ ਹੋ, ਦਿਸ ਇਜ਼ ਅਨਦਰ ਵਨ ਲੇਆਊਟ। ਇੱਥੋਂ ਦੀ ਗੱਡੀ ਦੀ ਐਂਟਰੀ ਹੈ। ਇੱਥੇ ਸਾਰੀਆਂ ਗੱਡੀਆਂ ਜੋ ਤਿਆਰ ਹੋ ਗਈਆਂ ਉਹ ਹੈ, ਪਲੱਸ ਜਿਨ੍ਹਾਂ ਦੀ ਹਲੇ ਸਰਵਿਸ ਵਾਸਤੇ ਜਾਣਾ ਹੈ ਉਹਨਾਂ ਦੀ ਵੀ ਵੇਟਿੰਗ ਇੱਕੋ ਜਗ੍ਹਾ 'ਤੇ ਇਕੱਠੀ ਕਰ ਸਕਦੇ ਹਾਂ। ਇਹ ਸਾਰਾ ਰਿਪੇਅਰ ਏਰੀਆ ਹੋ ਗਿਆ, ਵਰਕਸ਼ਾਪ ਏਰੀਆ। ਈਵਨ ਐਂਟਰੀ ਇੱਧਰੋਂ ਵੀ ਹੈ। ਇਹ ਬੇਸਮੈਂਟ ਨੂੰ ਵੀ ਜਾ ਸਕਦੀ ਹੈ, ਅਗਰ ਦੇਣਾ ਚਾहें ਤਾਂ ਆਪਾਂ ਬੇਸਮੈਂਟ 'ਚ ਨਵੀਂ ਗੱਡੀਆਂ, ਜਿਸ ਤਰ੍ਹਾਂ ਹੈ ਕੋਈ ਸ਼ੋਰੂਮ ਹੈ ਤਾਂ ਨਵੀਆਂ ਗੱਡੀਆਂ ਸਾਰੀਆਂ ਬੇਸਮੈਂਟ 'ਚ ਪਾਰਕ ਹੋਣਗੀਆਂ। ਜਦੋਂ ਸਾਰੀ ਗੱਡੀ ਇੱਥੋਂ ਰਿਪੇਅਰ ਹੋ ਗਈ ਅਲੱਗ-ਅਲੱਗ ਸੈਕਸ਼ਨਸ 'ਚੋਂ, ਉਹ ਇੱਥੇ ਪਾਰਕ ਹੋਏਗੀ। ਦੈਨ ਦਿਸ ਇਜ਼ ਦਾ ਮੇਨ ਸ਼ੋਰੂਮ ਏਰੀਆ। ਇੱਥੇ ਸਾਰਾ ਗੱਡੀਆਂ ਦਾ ਡਿਸਪਲੇ ਹੈ। ਇੱਥੇ ਉਹਨਾਂ ਦੇ ਅਲੱਗ-ਅਲੱਗ ਕਾਊਂਟਰਸ ਬਣੇ ਹੋਏ ਆ, ਫੈਮਿਲੀ ਲਾਉਂਜ ਹੈ, ਔਰ ਇਹ ਸਾਰੇ ਕਾਊਂਟਰਸ ਹੈ ਜਿੱਥੋਂ ਉਹਨਾਂ ਦੀ ਬਿਲਿੰਗ ਵਗੈਰਾ ਗੱਡੀਆਂ ਦੀ, ਨਵੀਂ ਗੱਡੀਆਂ ਦੀ ਕਰਨੀ ਹੈ। ਔਰ ਜਿਹੜੀਆਂ ਸਿਰਫ ਸਰਵਿਸ ਵਾਸਤੇ ਆਈਆਂ ਹੈ ਉਹਨਾਂ ਵਾਸਤੇ ਆ ਦੇਖ ਸਕਦੇ ਹੋ, ਇੱਥੇ ਉਹਨਾਂ ਦਾ ਕਾਨਫਰੰਸ ਜਾਂ ਵੇਟਿੰਗ ਏਰੀਆ ਹੈ। ਐਂਡ ਦਿਸ ਇਜ਼ ਦਾ ਸਟੋਰੇਜ ਏਰੀਆ, ਜਿਹੜਾ ਕਿ ਸਪੇਅਰ ਪਾਰਟਸ ਦਾ ਏਰੀਆ ਹੈ, ਜੋ ਕਿ ਵਰਕਸ਼ਾਪ ਨੂੰ ਸਰਵ ਕਰ ਰਿਹਾ ਹੈ। ਔਰ ਇੱਥੇ ਸਾਰੀਆਂ ਇਹ ਮੈਨ ਵੂਮਨ ਟੋਇਲਟਸ ਫੈਸਿਲਿਟੀਜ਼ ਪ੍ਰੋਵਾਈਡ ਕੀਤੀਆਂ ਗਈਆਂ। This is one view of some workshop ਜਾਂ ਸਰਵਿਸ ਸਟੇਸ਼ਨ, ਜਿਸ 'ਚ ਦੇਖ ਸਕਦੇ ਹੋ ਆ ਸਾਰੀਆਂ ਲਿਫਟਸ ਹੈ, ਵਿੱਚ ਕਾਰਾਂ ਹੈ। ਇਹ ਜੈਕਸ ਲੱਗੇ ਹੈ, ਇੱਥੇ ਜੈਕਸ ਨਾਲ ਗੱਡੀ ਉੱਪਰ ਪਾਰਕ ਹੋਏਗੀ। ਹਰੇਕ ਬੇ these are known as different bays for each and every car। ਤਾਂ ਹਰੇਕ ਬੇ ਦਾ ਆਪਣਾ ਇੱਕ ਅਲੱਗ ਟੂਲ ਬਾਕਸ, ਜਿਹਦੇ ਵਿੱਚ ਸਾਰੇ ਟਾਈਪ ਦੇ ਟੂਲ, ਸਾਰੀ ਫੈਸਿਲਿਟੀਜ਼ ਹਰੇਕ ਬੇ ਦੇ ਵਿੱਚ ਹੋਣਗੀਆਂ। ਇਹ ਨਹੀਂ ਕਿ ਉਹ ਆਪਸ 'ਚ ਇੱਕ ਦੂਜੇ ਨਾਲ ਇੰਟਰਮਿੰਗਲਿੰਗ ਹੋ ਜਾਣ। ਔਰ ਲਾਈਟਿੰਗ ਦਾ ਦੇਖ ਸਕਦੇ ਹੋ ਉੱਪਰ ਪੂਰੀ ਤਰ੍ਹਾਂ ਸਕੋਪ ਹੈ। ਵॉल लाइट्स हैं एज वेल एज सीलिंग लाइट्स। ਇਹ ਹੋਰ ਡਿਫਰੈਂਟ ਸੈਕਸ਼ਨਸ ਹੈ ਇੱਕ ਵਰਕਸ਼ਾਪ ਦੇ ਹੋ ਸਕਦੇ हैं, ਜਿਸ ਤਰ੍ਹਾਂ ਵੀਲ ਬੈਲੈਂਸਿੰਗ ਵਾਸਤੇ ਇਸ ਟਾਈਪ ਦਾ ਯੂਨਿਟ ਇੱਕ ਕਾਰਨਰ 'ਚ ਇੰਸਟਾਲ ਕਰਨਾ ਹੈ, ਇਹਨੂੰ ਵੀ ਪ੍ਰੋਪਰ ਸਪੇਸ ਹੈ। ਇਹ ਜੈਕਸ ਲੱਗੇ हैं ਗੱਡੀਆਂ ਦੇ, ਇਹ ਵੀ ਡਿਫਰੈਂਟ ਜੈਕਸ हैं, ਔਰ ਉਹਨਾਂ ਦੇ ਨਾਲ ਉਹਨਾਂ ਦੇ ਸਾਰੇ ਰੈੱਡ ਕਲਰ ਦੇ ਆ ਟੂਲ ਬਾਕਸਿਸ हैं। ਔਰ ਫਲੋਰਿੰਗ ਦੇਖ ਸਕਦੇ ਹੋ, ਦਿਸ ਇਜ਼ ਨॉन स्किडी बट शाइनी ਕੰਕਰੀਟ ਫਲੋਰ ਦੇ ਉੱਪਰ ਲੁਬਰੀਕੇਸ਼ਨ ਕੀਤੀ ਗਈ ਹੈ, ਕੋਟਿੰਗ ਕੀਤੀ ਗਈ ਹੈ ਵਿਨਾइल ਫਲੋਰਿੰਗ ਦੀ, ਤਾਂ ਕਿ ਜਿਹੜੀ ਇੱਕ ਤਾਂ ਨॉन स्किडी ਰਹੇ, ਬ੍ਰੇਕ ਵਗੈਰਾ ਲੱਗ ਜੀ ਔਰ ਆਇਲ ਵਗੈਰਾ ਦੇ ਉੱਪਰ ਕੋਈ ਇਫੈਕਟ ਨਾ ਪਏ ਜਾਂ ਜ਼ਿਆਦਾ ਸਲਿਪਰੀ ਵੀ ਨਾ ਹੋਏ। ਜੈਕਸ ਚੱਕਦੇ ਹੋਏ ਗੱਡੀ ਦਿਖਾਈ ਗਈ ਹੈ ਇੱਥੇ ਲਿਫਟ ਦੇ ਥਰੂ। ਇੱਥੇ ਜਦੋਂ ਕੋਈ ਆਇਲ ਫਿਲਟਰ ਵਗੈਰਾ ਦੇ ਵੀ ਕੋਈ ਚੇਂਜ ਕਰਨਾ ਆਇਲ ਜਾਂ ਨਵੇਂ ਫਿਲਟਰ ਵਗੈਰਾ ਪਾਣੇ ਆ, ਤਾਂ ਉਹ ਸਾਰਾ ਆਇਲ ਕਲੈਕਸ਼ਨ ਵਾਸਤੇ ਆ ਚੈਂਬਰਸ ਬਣੇ ਹੋਏ ਆ। ਤਾਂ ਇਹ ਇਹਦਾ ਨੀਅਰ ਬਾਏ ਹੈ ਸਿਸਟਮ ਹੈ। ਇੱਥੋਂ ਦੀ ਡਿਫਰੈਂਟ ਪਾਈਪਸ, ਇਲੈਕਟ੍ਰੀਕਲ ਉਹਦੀ ਮਕੈਨਿਜ਼ਮ ਦੇਣ ਵਾਸਤੇ। ਇਹ ਕੁਛ ਹੋਰ ਸੀਨਸ ਹੈ ਜਿਨ੍ਹਾਂ ਵਿੱਚ ਇਹ ਦੇਖ ਸਕਦੇ ਹਾਂ ਗੱਡੀ ਦੀ ਵਾਸ਼ਿੰਗ ਹੋ ਰਹੀ ਹੈ। ਇਹ ਆਟੋਮੈਟਿਕ ਵਾਸ਼ਿੰਗ ਯੂਨਿਟ ਹੈ। ਇਹ ਰੈਂਪ ਦੇ ਉੱਪਰ ਗੱਡੀ ਆ ਗਈ ਲਿਫਟ ਦੇ ਉੱਪਰ, ਇਹ ਸਾਰੇ ਇਹਦੇ ਵਿੱਚ ਆਟੋਮੈਟਿਕ ਹੋਸਿਸ ਲੱਗੇ ਹੋਏ ਆ ਜਿਨ੍ਹਾਂ ਨਾਲ ਗੱਡੀ ਪ੍ਰੋਪਰਲੀ ਆਟੋਮੈਟਿਕ ਵਾਸ਼ ਹੋ ਰਹੀ ਹੈ। ਇਹ ਮੈਨੂਅਲੀ ਵੀ ਆਪਾਂ ਕਰ ਸਕਦੇ ਹਾਂ, ਜਿਸ ਤਰ੍ਹਾਂ ਇਸ ਪਿਕਚਰ ਵਿੱਚ ਦੇਖ ਸਕਦੇ ਹੋ ਮੈਨੂਅਲੀ ਸਵਿੰਗ ਲਿਫਟ ਦੇ ਉੱਪਰ ਕਾਰ ਨੂੰ ਪਾਰਕ ਕੀਤਾ ਹੋਇਆ, ਔਰ ਇਹ ਜਿਹੜਾ ਲੇਬਰ ਹੈ ਉਹਨੂੰ ਮੈਨੂਅਲੀ ਵਾਸ਼ ਕਰ ਰਹੀ ਹੈ। ਇਹ ਦੇਖੋ ਕਿੰਨਾ ਇੱਥੇ ਧਿਆਨ ਰੱਖਣ ਵਾਲੀ ਹੁੰਦੀ ਹੈ ਕਿ ਹਰੇਕ ਵਾਸ਼ਿੰਗ ਯੂਨਿਟ ਨੂੰ ਅਲੱਗ ਇੱਕ ਕੈਬਿਨ ਦਿੱਤਾ ਜਾਏ, ਤਾਂ ਕਿ ਪਾਣੀ ਜਿਹੜਾ ਹੈ ਉਸ ਯੂਨਿਟ ਦੇ ਅੰਦਰ ਹੀ ਰਹਿ ਜਾਏ, ਪਾਣੀ ਸਾਰਾ ਬਾਹਰਲੇ ਪਾਸੇ ਫਲੋਰ ਨੂੰ ਗਿੱਲਾ ਨਾ ਕਰੇ। ਔਰ ਇੱਥੇ ਪ੍ਰੋਪਰ ਡਰੇਨੇਜ ਉਹਦੀ ਅੰਦਰਲੇ ਪਾਸੇ ਦੇਣੀ ਬਹੁਤ ਜ਼ਰੂਰੀ ਹੈ, ਉਹਦੀ ਆਊਟਲੈਟ। ਦਿਸ ਇਜ਼ ਦਾ ਟੋਟਲ ਵਿਊ ਆਫ ਵਰਕਸ਼ਾਪ। ਗੱਡੀ ਵੀ ਹੈ ਪਾਰਕ ਹੋ ਰਹੀ ਹੈ ਜੈਕਸ ਦੇ ਥਰੂ। ਇੱਥੇ ਸਾਰਾ ਉਹਨਾਂ ਦਾ ਟੂਲ ਅਰੇਂਜਮੈਂਟ, ਮੈਕਸਿਮਮ ਟੂਲਸ ਦੇਖ ਸਕਦੇ ਹੋ ਤੁਸੀਂ। ਵਾਲ ਹੈਂਗਿੰਗ ਆਪਾਂ ਰੱਖਦੇ ਹਾਂ ਜਾਂ ਸਮਾਲ ਹਾਈਟ ਕੈਬਿਨਸ ਕਾਊਂਟਰਸ ਦੇ ਉੱਪਰ, ਤਾਂ ਕਿ ਸਪੇਸ ਆਪਾਂ ਨੂੰ ਮੈਕਸਿਮਮ ਫ੍ਰੀ ਮਿਲ ਸਕੇ। ਇਹ ਗੱਡੀ ਇੱਥੇ ਰਿਪੇਅਰ ਹੋ ਰਹੀ ਹੈ ਥਰੂ ਜੈਕਸ। ਅਲੱਗ-ਅਲੱਗ ਕਿੰਨੀ ਸਾਰੀ ਗੱਡੀਆਂ ਇੱਥੇ ਪਾਰਕ ਹੋ ਸਕਦੀਆਂ। ਐਂਡ ਦਿਸ ਇਜ਼ ਦਾ ਟੂਲ ਕਿਟ ਆਫ ਸਮ ਲੋਕਲ ਵਰਕਸ਼ਾਪ। ਇੱਕ 2 ਵੇ ਸਰਵਿਸ ਸਟੇਸ਼ਨ ਬਿਲਡਿੰਗ ਦਾ ਇੱਕ ਪਲਾਨ ਇੱਥੇ ਲੇਆਊਟ ਹੈ। ਜਿਸ ਤਰ੍ਹਾਂ ਦਿਸ ਇਜ਼ ਦਾ ਮੇਨ ਰੋਡ, ਤਾਂ ਇੱਥੋਂ ਥਰੂ ਰੈਂਪ ਆਪਾਂ ਉੱਪਰ ਜਾ ਰਹੇ ਹਾਂ। ਦਿਸ ਇਜ਼ ਦਾ ਸੰਪ ਏਰੀਆ ਜਿੱਥੇ ਕਾਰ ਵਾਸ਼ਿੰਗ ਵਾਸਤੇ ਹੈ। ਐਂਡ ਦਿਸ ਇਜ਼ ਦਾ ਸਵਿੰਗ ਲਿਫਟ। ਕਾਰ ਵਾਸ਼ਿੰਗ ਤੋਂ ਲਿਫਟ ਗੱਡੀ ਪਾਰਕ ਹੋ ਕੇ
ਵਾਸ਼ਿੰਗ ਤੋਂ ਬਾਅਦ ਇੱਥੋਂ ਰਿਟਰਨ ਬੈਕ ਹੋ ਕੇ ਸਵਿੰਗ ਲਿਫਟ ਤੇ ਵੀ ਆ ਸਕਦੀ ਹੈ। ਉਹਦੀ ਅਲੱਗ ਹੀ ਕੈਂਟਰੀ ਆਪਾਂ ਥਰੂ ਰੈਂਪ ਦਿੱਤੀ ਹੋਈ ਹੈ। ਇੱਥੇ ਲੁਬਰੀਕੇਸ਼ਨ ਹੋਏਗੀ ਗੱਡੀ ਦੀ, ਪਲੱਸ ਸਵਿੰਗ ਲਿਫਟ ਹੈ, ਮਤਲਬ ਕੋਈ ਰਿਪੇਅਰ ਮਕੈਨੀਕਲ ਰਿਪੇਅਰ ਕਰਨੀ ਹੈ। ਸਾਹਮਣੇ ਪਾਸੇ ਸ਼ੈਲਵਸ, ਸੇਲਸ ਡਿਸਪਲੇ, ਜੋ ਵੀ ਉਹਨਾਂ ਨੇ ਕੋਈ ਪ੍ਰੋਡਕਟ ਉਹਨਾਂ ਦੇ ਛੋਟੇ ਮੋਟੇ ਸੇਲ ਹੋਣੇ ਆ ਉਹ ਵੀ ਨਾਲ ਹੀ ਹੋ ਸਕਦੇ हैं, ਅਗਰ ਕੋਈ ज़्यादा बड़ी वर्कशॉप नहीं है, छोटे स्मॉल स्केल ਤੇ। ਦਿਸ ਇਜ਼ ਦਾ ਸਟੋਰੇਜ ਐਂਡ ਥੀਸ ਆਰ ਦਾ ਸ਼ੈਲਫਸ। ਸਟੋਰੇਜ ਦੇ ਵਿੱਚ ਇਹਨਾਂ ਦਾ ਜਿਹੜਾ ਸਕ੍ਰੈਪ ਹੈ ਜਾਂ ਵੇਸਟ ਪ੍ਰੋਡਕਟ ਹੈ ਉਹ ਸਾਰੇ ਇੱਥੇ ਰੱਖੇ ਜਾਣਗੇ। ਸੇਲਸ ਰੂਮ, ਜਿੱਥੋਂ ਦੀ ਸੇਲ ਡਿਸਪਲੇ, ਜਿੱਥੇ ਇਹਨਾਂ ਦਾ ਕੋਈ ਪ੍ਰੋਡਕਟ ਕੋਈ ਜਿਹੜੇ ਵੀ ਯੂਜ਼ ਕਰਨੇ ਹੈ ਗੱਡੀ ਦੀ ਰਿਪੇਅਰ ਦੇ ਵਿੱਚ, ਯਾਨੀ ਕਿ ਆਪਾਂ ਇਹਨੂੰ ਉਹ ਸਾਰੇ ਪ੍ਰੋਡਕਟ ਇੱਥੇ ਰੱਖੇ ਜਾਂਦੇ ਹੈ। ਸਪੇਅਰ ਪਾਰਟਸ ਵਗੈਰਾ ਵੀ ਇੱਥੇ ਆ ਜਾਣਗੇ। ਐਂਡ ਦਿਸ ਇਜ਼ ਦਾ ਮੈਨ ਐਂਡ ਵੂਮਨ ਟੋਇਲਟ ਬਾਹਰਲੇ ਪਾਸੇ। ਇਹ ਇਕੱਲੀ ਇੱਕ ਵਰਕਸ਼ਾਪ ਹੈ ਜਿਸ ਦੇ ਵਿੱਚ ਕੋਈ ਸ਼ੋਰੂਮ ਜਾਂ ਨਿਊ ਗੱਡੀਆਂ ਦੀ ਸੇਲ ਨਹੀਂ ਹੈ। ਤਾਂ ਇਹ ਟੋਟਲ ਦੇਖ ਸਕਦੇ ਹੋ ਤੁਸੀਂ 28 ਫੁੱਟ 8 ਇੰਚ ਅਪਰੋਕਸੀਮੇਟਲੀ 29 ਫਿਟ ਬਾਏ 47 ਫਿਟ 4 ਇੰਚਸ ਦੇ ਵਿੱਚ ਇਹ ਪੂਰਾ ਇੱਕ ਵਰਕਸ਼ਾਪ ਆਪਾਂ ਤਿਆਰ ਕਰ ਸਕਦੇ ਹਾਂ। ਔਰ ਮਿਨੀਮਮ ਵਿਡਥ ਜਿਹੜੀ ਹੈ ਇੱਥੇ 10 ਫੁੱਟ ਦੀ ਦਿੱਤੀ ਗਈ ਹੈ ਰੈਂਪਸ ਦੀ। ਦਿਸ ਇਜ਼ ਅਨਦਰ ਵਿਊ। 2 ਜਾਂ 3 ਬੇ ਸਟੇਸ਼ਨ ਹੋ ਸਕਦੇ हैं। 1 ਬੇ ਇਜ਼ ਫॉर ਕਾਰ ਵਾਸ਼। ਇਹ ਦੇਖ ਸਕਦੇ ਹੋ ਅਲੱਗ ਇੱਕ ਏਰੀਆ 'ਚ ਡਿਮਾਰਕੇਟ ਕੀਤਾ ਗਿਆ ਤਾਂ ਕਿ ਇਸਦਾ ਪਾਣੀ ਦੀ ਸਪਲਾਈ ਜਿਹੜੀ ਪਾਣੀ ਜਿਹੜਾ ਕਿਚੜ ਹੈ ਉਹ ਬਾਕੀ ਏਰੀਆ ਨੂੰ ਡਿਸਟਰਬ ਨਾ ਕਰੇ। ਇੱਥੋਂ ਦੀ ਸਰਵਿਸ ਕਰਵਾ ਕੇ ਦਿਸ ਇਜ਼ ਅ ਸਰਵਿਸ ਬੇ। ਇੱਥੇ ਫਰੇਮ ਕੰਟੈਕਟ ਲਿਫਟਸ ਜਾਂ ਹੈਂਗਿੰਗ ਲਿਫਟ ਜਾਂ ਸਵਿੰਗਿੰਗ ਲਿਫਟਸ ਲੱਗੀਆਂ ਹੋ ਸਕਦੀਆਂ। ਵਰਕ ਬੈਂਚਿਸ, ਕੰਪਰੈਸ਼ਰ ਵਗੈਰਾ ਸਭ ਸਾਹਮਣੇ 에ਅਰ ਕੰਪਰੈਸ਼ਰ ਵਾਲ 'ਤੇ ਇੰਸਟਾਲ ਕੀਤੇ ਗਏ ਹਨ ਤਾਂ ਕਿ ਕਾਰ ਦਾ ਜਦੋਂ ਇੱਥੋਂ ਡਾਇਰੈਕਟ ਆਏਗੀ ਬੇ ਦੇ ਉੱਪਰ ਚੜ੍ਹ ਕੇ ਕਾਰ ਦਾ ਫੇਸ ਵਰਕ ਬੈਂਚ ਵਾਲੀ ਆਟੋਮੈਟਿਕ ਹੋ ਜਾਏਗਾ ਔਰ ਇੱਥੋਂ ਹੀ ਰਿਟਰਨ ਬੈਕ ਆਪਾਂ ਗੱਡੀ ਬਾਹਰ ਭੇਜ ਸਕਦੇ ਹਾਂ। ਦਿਸ ਇਜ਼ ਅ ਸਟੋਰੇਜ ਫॉर ਸਕ੍ਰੈਪ ਐਂਡ ਦਿਸ ਇਜ਼ ਅ ਕੈਸ਼ ਕਾਊਂਟਰ ਐਂਡ ਆਫਿਸ। ਸ਼ੋਕੇਸ ਵਗੈरह है, ਸ਼ੈਲਫਸ हैं ਜਿੱਥੇ ਇਹਨਾਂ ਦੇ ਸਪੇਅਰ ਪਾਰਟਸ ਮਿਲ ਜਾਣੇ ਹੈ। ਮੈਨਸ ਐਂਡ ਵੂਮਨ ਟੋਇਲਟ। ਔਰ ਇਹ ਸਾਰੀ ਸਪੇਸ ਜਿਹੜੀ ਹੈ 25.5 ਫੁੱਟ ਬਾਏ 59 ਫੁੱਟ ਜਾਂ ਇਹ ਅਪਰੋਕਸੀਮੇਟਲੀ 60 ਬਾਏ 25 ਫਿਟ ਦੇ ਵਿੱਚ ਆਪਾਂ 2 ਐਂਡ 3 ਬੇ ਸਟੇਸ਼ਨ ਲੋਕਲ ਲੈਵਲ ਤੇ ਵਰਕਸ਼ਾਪ ਜਿਹੜੀ ਹੈ ਜਾਂ ਸਰਵਿਸ ਸਟੇਸ਼ਨ ਤਿਆਰ ਕਰ ਸਕਦੇ ਹਾਂ। these are some international level workshops ਔਰ ਸਰਵਿਸ ਸਟੇਸ਼ਨਸ। ਉਹਨਾਂ ਦੇ ਵਿਊ ਬਣੇ ਹੋਏ ਹੈ ਕਿ ਆਪਾਂ ਵਰਕਸ਼ਾਪ ਨੂੰ ਸਿਰਫ ਇੱਕ 2 ਰੂਮ ਸੈੱਟ ਜਾਂ ਬਿਲਡਿੰਗ ਹੀ ਆਪਾਂ ਨਾ ਸਮਝੀਏ। ਇਹ ਬਹੁਤ ਅੱਛੇ ਇਸ ਦੇ ਵਿੱਚ ਆਪਾਂ ਆਰਕੀਟੈਕਚਰਲੀ ਜਾਂ ਐਸਥੈਟਿਕਲੀ ਲੁੱਕ ਵੀ ਦੇ ਸਕਦੇ ਹਾਂ ਕਿਉਂਕਿ ਆਪਾਂ ਆਰਕੀਟੈਕਚਰ ਦੇ ਹੈ ਬੀਇੰਗ ਐਨ ਆਰਕੀਟੈਕਟ। ਉਹਦੀ ਐਸਥੈਟਿਕਸ ਜਿਹੜੀ ਹੈ ਐਲੀਵੇਸ਼ਨਸ ਉਹਨਾਂ ਬਾਰੇ ਵੀ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਨਾਓ ਫਿਊਲ ਸਟੇਸ਼ਨਸ। ਇਹ ਸਰਵਿਸ ਸਟੇਸ਼ਨ ਹੈ ਵਿਦ 2 ਪੰਪ ਆਈਲੈਂਡਸ। ਇਹ ਦੇਖ ਸਕਦੇ ਹੋ ਇੱਥੇ ਕੋਈ ਮੇਨ ਸਟਰੀਟ ਹੈ, ਇੱਥੇ ਉਦੋਂ ਪੈਟਰੋਲ ਪੰਪ ਦੇਣਾ ਹੈ ਤਾਂ ਥਰੂ ਰੈਂਪ ਆਪਾਂ ਗਏ ਤਾਂ ਇੱਕ ਪੰਪ ਦਾ ਉਸਦੀ ਬਾਉਂਡਰੀ ਵਾਲ ਤੋਂ ਘੱਟੋ ਘੱਟ ਡਿਸਟੈਂਸ ਜਿਹੜਾ ਹੈ 15 ਫੁੱਟ ਦਾ ਹੋਣਾ ਚਾਹੀਦਾ ਤਾਂ ਕਿ ਕਾਰ ਇੱਧਰ ਪਾਸੇ ਪਾਰਕ ਹੋ ਕੇ ਉਹਦੀ ਟੈਂਕੀ ਦੇ ਵਿੱਚ ਪੈਟਰੋਲ ਜਾਂ ਡੀਜ਼ਲ ਪੈ ਸਕੇ। ਸੈਂਟਰ ਦੇ ਵਿੱਚ 22 ਫੁੱਟ ਹੈ ਕਿਉਂਕਿ ਇੱਕ ਵਹੀਕਲ ਇੱਧਰੋਂ ਆਏਗਾ, ਦੂਸਰਾ ਇਸ ਸਾਈਡ ਤੋਂ ਅਗਰ ਕੋਈ ਵਹੀਕਲ ਆ ਰਿਹਾ ਤਾਂ ਉਹ ਵੀ ਇਸ ਸਾਈਡ 'ਤੇ ਪਾਰਕ ਹੋ ਸਕਦੇ हैं ਜਾਂ ਅਪੋਜ਼ਿਟ ਸਾਈਡ 'ਤੇ ਵੀ ਪਾਰਕ ਹੋ ਸਕਦਾ ਹੈ। ਔਰ ਇਸ ਸਾਈਡ ਤੋਂ ਜਾਂਦਾ ਹੋਇਆ ਵਹੀਕਲ, ਛੋਟੇ ਵਹੀਕਲ ਇੱਥੇ ਪਾਰਕ ਹੋ ਸਕਦੇ हैं। 22 ਫੁੱਟ ਦੇ ਵਿੱਚ 2 ਵਹੀਕਲ ਇੱਕ ਦੂਜੇ ਨੂੰ ਈਜ਼ੀਲੀ क्रॉस ਕਰਨਗੇ ਔਰ 20 ਫੁੱਟ ਸਪੇਸ ਦੂਸਰੇ ਦੀ ਹੈ। ਦਿਸ ਇਜ਼ ਅ ਬਿਲਡਿੰਗ ਜਿੱਥੇ ਕਿ ਉਹਨਾਂ ਦਾ ਓਨਰ ਬੈਠੇਗਾ ਪੈਟਰੋਲ ਪੰਪ ਦਾ ਜਾਂ ਮੈਨੇਜਰ ਵਗੈਰਾ ਹੈ। ਐਂਡ ਫਿਊਚਰ ਬੇ ਛੱਡਣੀ ਬਹੁਤ ਜ਼ਰੂਰੀ ਹੈ। ਪਲਾਂਟਿੰਗ ਆਲ ਅਰਾਊਂਡ ਦਾ ਬਾਉਂਡਰੀ ਵਾਲ। ਇਹ ਬੈਰੀਅਰ ਕ੍ਰੀਏਟ ਕਰੇਗਾ ਆਸ-ਪਾਸ ਦੀ ਜਿਹੜੀ ਬਾਉਂਡਰੀ ਹੈ ਉਹਦੇ ਨਾਲ, ਆਸ-ਪਾਸ ਦੇ ਜੋ ਵੀ ਪਲਾਟਸ ਹੈ ਜਾਂ ਜੋ ਵੀ ਵਰਕ ਉੱਥੇ ਹੋ ਰਿਹਾ ਹੈ। ਅਤੇ ਰੈਂਪ ਦੀ ਵਿਡਥ ਘੱਟੋ ਘੱਟ 35 ਫਿਟ ਦੇਖ ਸਕਦੇ ਹੋ ਆਪਾਂ ਨੂੰ ਦੇਣੀ ਬਹੁਤ ਜ਼ਰੂਰੀ ਹੈ। ਤਾਂ ਦਿਸ ਸਪੇਸ ਇਜ਼ ਨੀਡਡ ਇਜ਼ 100 ਫਿਟ ਬਾਏ ਆ ਦੇਖ ਸਕਦੇ ਹੋ ਇੱਥੇ ਅਰਾਊਂਡ 250 ਫਿਟ ਜਿਹੜੀ ਹੈ 250 ਫੁੱਟ 125 ਫਿਟ 125 ਫੁੱਟ ਬਾਏ 100 ਫੁੱਟ ਦੇ ਵਿੱਚ ਇੱਕ ਪੈਟਰੋਲ ਪੰਪ ਤਿਆਰ ਹੁੰਦਾ ਹੈ। ਦਿਸ ਇਜ਼ ਅ ਵਿਊ ਆਫ 3 ਬੇ ਪੈਟਰੋਲ ਪੰਪ, 1 ਬੇ, ਅਨਦਰ ਬੇ, 3rd ਬੇ। ਤਾਂ ਆਹ ਡਿਸਟੈਂਸ ਜਿਹੜਾ ਹੈ 2 ਦੇ ਵਿੱਚ 22 ਫੁੱਟ ਦਾ ਔਰ ਲਾਸਟ ਜਿਹੜਾ ਹੈ ਘੱਟੋ ਘੱਟ ਆਪਾਂ ਨੂੰ 20 ਫਿਟ ਔਰ ਸਟਾਰਟਿੰਗ ਤੇ 15 ਫੁੱਟ ਦਾ ਫਰੋਮ ਦਾ ਮੇਨ ਰੋਡ। ਉਹਦੇ ਵਿੱਚ ਵੀ ਇੱਕ ਡਿਵਾਈਡਰ ਜਾਂ ਮੇਨ ਬੈਰੀਅਰ ਦੇਣਾ ਬਹੁਤ ਜ਼ਰੂਰੀ ਹੈ। This is another plan where pumps have been installed at some corners. तो एक इधरले पासे स्ट्रीट है, मैक्सिमम ट्रैफिक इधर जा रहा है मेन स्ट्रीट एंड दिस इज अ सेकेंडरी स्ट्रीट। 30% ट्रैफिक इज ऑन दिस साइड। रैंप अगेन 35 फिट वाइड और 5 फुट की यदि रेडियस जी है कर्व आपको देनी बहुत जरूरी है। इस रैंप तो सेम वही पेट्रोल पंप का मिनीमम डिस्टेंस 15 फुट, 5 फुट की पंप की बे हो गई जिसके उपर पेट्रोल पंप मशीनस लगनगियाँ एंड 35 फिट डिस्टेंस दैट इज़ अ ड्राइवे आपको छड़ना पैंदा है ताकि वहीकल इस साइड तो दूजे पंप तक भी जा सकते हैं अगर एक तो रश है या लाइन नहीं मिल रही। तो दिस इज़ अ बिल्डिंग एंड प्लांटिंग अगेन ऑन ऑल द 4 साइड्स और 3 साइड्स। तो दूजे पासे भी आपको रैंप है ताकि गड्डी इधरों आए इस रोड तो पेट्रोल फिल करा के दे कैन गो आउट। तो दोनों साइड तो एंट्री एग्जिट और दोनों साइड तो एंट्री एग्जिट होनी ज़रूरी है। दिस इज़ अ कॉर्नर पेट्रोल पंप
ਇੱਕ ਆ ਵੇ ਹੈ, ਆ ਦੇਖ ਸਕਦੇ ਇੱਧਰਲੇ ਪਾਸੇ ਲੱਗਿਆ ਹੋਇਆ ਤੇ ਦਿਸ ਇਜ਼ ਦਾ ਕਾਰਨਰ। ਤਾਂ ਆਹ ਜਿਹੜੀ ਸਪੇਸ ਹੈ ਆਪਾਂ ਨੂੰ ਡਰਾਈਵੇ ਪੂਰਾ ਖੁੱਲ੍ਹਾ ਇੱਥੇ ਦੇਣਾ ਜ਼ਰੂਰੀ ਹੈ। ਦੈਨ 2 ਪੰਪ ਆਈਲੈਂਡਸ ਔਨ ਅ ਹਾਈਵੇ ਲੋਕੇਸ਼ਨ। ਇਹ ਮੇਨ ਹਾਈਵੇ ਤੇ ਆਪਾਂ ਜਾਂਦੇ ਹੋਏ ਤਾਂ ਉੱਥੇ ਆਪਾਂ ਰੈਂਪ ਥੋੜ੍ਹਾ ਹੈ, ਕਿਉਂਕਿ ਵਹੀਕਲ ਫਾਸਟ ਮੂਵਮੈਂਟ ਤੇ ਹੁੰਦੇ ਹੈ, ਤਾਂ ਉਹਦੀ ਵਿਡਥ 31 ਦੀ ਬਜਾਏ ਆਪਾਂ 36 ਫੀਟ ਤੱਕ ਆਪਾਂ ਉਹਨੂੰ ਵਾਈਡ ਕਰ ਦਿੰਦੇ ਹਾਂ ਔਰ ਥੋੜ੍ਹਾ ਟੇਪਰ ਕਰ ਦਿੰਦੇ ਹਾਂ, ਤਾਂ ਕਿ ਵਹੀਕਲ ਜਿਹੜੇ ਹੈ ਆਟੋਮੈਟਿਕ ਫਲੋ ਦੇ ਵਿੱਚ